ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਝ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨ ਜਾਣੇ ਮੇਰਾ, ਦੁਆਪਰ ਟੁੱਟੇ ਮਰਦੇ ਗੰਗੜਾ, ਵਰਿਆਮ ਗਿਲਾ। ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਤੇ ਗੁਰ ਚੇਲਾ। ਨਾ ਕਿ ਹੋਇਆ ਤੇ ਨਾ ਕੋਈ ਹੋਣਾ, ਗੁਰੂ ਸਿਸ਼ਵੇਸ਼ਵਰ।
ਹਾਜਰਾ ਹਜ਼ੂਰ ਜ਼ਾਰਾ ਜ਼ੂਰ ਕਲਯੁਗ ਦੇ ਬੁੱਤ ਨਾਮ ਦੇ ਜਹਾਜ਼ ਹੱਥ ਪੱਤ ਕੇ ਰੱਖਦੀ ਦੁਨੀਆ ਦੇ ਮਾਲਕ ਧੰਨ ਧੰਨ ਸਹਿਬ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੇ ਗੁਰੂ ਰੂਪ ਗੁਰ ਪਿਆਰੇ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਹੱਥ ਜੋੜੋ, ਸਤਿਗੁਰਾਂ ਸੀਸ ਝੁਕਾਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਧੰਤਾ ਦੇ ਯੋਗ ਹੋ, ਵਡਭਾਗੀਆਂ ਹੋ, ਜੋ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਦਸਵੀਂ ਦੇ ਦਿਹਾੜੇ ਤੇ ਪਾਵਨ ਅਸਥਾਨ ਗੁਰਦੁਆਰਾ ਜਾਤਗਰ ਸ਼ਹੀਦਾਂ ਸ੍ਰੀ ਹੇਮਕੁੰਟ ਲੰਗਰ ਸਥਾਨਾਂ ਤੇ ਹਾਜ਼ਰੀਆਂ ਭਰ ਰਹੇ ਹੋਏ। ਉਹ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ, ਪੂਰੇ ਸੰਸਾਰ ਦੇ ਕੋਨੇ ਕੋਨੇ 'ਚ ਮਨਾਇਆ ਜਾ ਰਿਹਾ ਹੈ। ਆਹ ਥੋੜਾ ਜਿਹਾ ਸਮਾਂ ਆਪਾਂ ਸਾਡੇ ਔਰ ਤੁਹਾਡੇ ਭਾਗਾਂ ਵਿੱਚ ਆਇਆ ਹੈ। ਭਾਈ ਗੁਰਜਿੰਦਰ ਸਿੰਘ ਜੀ ਬਿੱਟੂ ਮੇਰਾ ਢੋਲਕੀ ਮਾਸਟਰ, ਇਹਨਾਂ ਨੇ ਬੱਚੀ ਦਾ ਜਨਮ ਦਿਹਾੜਾ ਮਨਾਉਣਾ ਕੀਤਾ ਹੈ। ਬੱਚੀ ਹਰਮਨਪ੍ਰੀਤ ਬਹੁਤ ਹੀ ਸੋਹਣਾ ਢੰਗ ਤਰੀਕਾ ਹੈ ਬੱਚੇ ਦਾ ਜਨਮ ਦਿਹਾੜਾ ਮਨਾਉਣ ਦਾ, ਜਨਮ ਦਿਨ ਮਨਾਉਣ ਦਾ। ਉਧਰ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਹੈ, ਬੱਚੀ ਦਾ ਜਨਮ ਦਿਨ ਹੈ। ਕੋਸੀ ਜਨਮ ਮਰਨ ਦੋਹਾਂ ਚ ਸਤਿਗੁਰੂ ਜਨਮ ਮਰਨ ਦੋਹਾਂ ਬਨੈ ਹੀ, ਜਨ ਪਰ ਅਪਕਾਰੀ ਆਏ। ਜਿਹੜਾ ਜੀਵ ਜੰਮਦਾ ਹੈ ਉਹਨੇ ਇੱਕ ਦਿਨ ਮਰਨਾ ਵੀ ਹੈ। ਉਮਰ ਸਾਡੀ ਰੋਜ਼ ਘਟਦੀ ਹੈ। ਸੋਹਣਾ ਤਰੀਕਾ ਚੁਣਿਆ ਹੈ ਸਤਿਗੁਰਾਂ ਸ਼ੁਕਰਾਨਾ ਕਰਨ ਦਾ। ਬੱਚੀ ਦੀ ਲੰਬੀ ਆਦਿ ਦੀ ਅਰਦਾਸ ਜੋ ਜਿਹੜੀ ਬੇਨਤੀ ਸਤਿਗੁਰਾਂ ਚਰਨਾਂ 'ਚ ਕੀਤੀ ਹੈ, ਇਸ ਤੋਂ ਵਧੀਆ ਹੋਰ ਕੋਈ ਤਰੀਕਾ ਹੋ ਨਹੀਂ ਸਕਦਾ। ਹੋਰ ਅਸੀਂ ਬੜੇ ਢੰਗ ਤਰੀਕੇ ਲੱਭੇ ਨੇ ਜਨਮ ਦਿਹਾੜੇ ਮਨਾਉਣ ਦੇ, ਦਿਨ ਮਨਾਉਣ ਦੇ। ਕਲੱਬਾਂ 'ਚ ਜਾ ਕੇ, ਘਰਾਂ 'ਚ ਪਾਰਟੀਆਂ ਕਰ ਕਰਕੇ, ਸ਼ਰਾਬਾਂ ਪੀ ਪੀ ਕੇ, ਦੂਸਰਿਆਂ ਨੂੰ ਪਿਲਾ ਪਿਲਾ ਕੇ, ਖਰਚ ਕਰ ਕਰਕੇ, ਪਰ ਉਹਦਾ ਲਾਭ ਕੋਈ ਨਹੀਂ ਹੈ। ਉਸ ਖਰਚੇ ਕੀਤੇ ਦਾ ਉਹ ਸਮਾਂ ਵਿਅਰਥ ਚਲਿਆ ਜਾਂਦਾ ਹੈ, ਪੈਸਾ ਵੀ ਵਿਅਰਥ ਚਲਿਆ ਜਾਂਦਾ ਹੈ। ਆ ਇੱਕ ਇੱਕ ਘੜੀ, ਇੱਕ ਇੱਕ ਪਲ ਆ ਲਿਖੇ ਵਿੱਚ ਹੈ। 3 ਦਿਨ ਬਾਣੀ ਪੜ੍ਹੀ ਗਈ ਹੈ, 3 ਦਿਨ ਅਰਦਾਸਾਂ ਹੋਈਆਂ ਨੇ, ਸੇਵਾ ਦੇ ਪ੍ਰਵਾਹ ਚੱਲੇ ਨੇ। ਪਰਿਵਾਰ ਨੇ ਸੇਵਾ ਕੀਤੀ, ਹੋਰ ਸੰਗਤਾਂ ਨੇ ਸੇਵਾ ਕੀਤੀ। गुरु देव जीरा ने बाणी पढ़ी, साध संग जो तुम्हें बुलायो तो सुनी तुम्हारी बाणी। गुरु के प्यारों तो बगैर हो कौन बाणी पढ़ सुन सकता है। किसी श्राप ने तो पढ़नी सुननी नहीं, किसी जुआरी ने तो पढ़नी सुननी नहीं, किसी बेईमान ने तो पढ़नी सुननी नहीं। जो तेरे प्यारे मेरे उन्हें तेरी बाणी पढ़ी, बाणी सुनी, सुन के की होया नंद प्यो भिख ही नानक।
प्रताप मुख नरवाणी। ऐसा प्रताप होया बाणी का महानंद के सगर डुब गए। डुब जाता मनुख महानंद के सागर में उदों जो दे प्यारे बाणी पढ़ते हैं, ਉਹਦੇ प्यारे बैठ के ਉਹਦੀ ਮਹਿਮਾ ਕਰਦੇ ਨੇ, ਉਹਦੀ ਸੋਭਾ ਕਰਦੇ ਨੇ, ਹਰੀ ਜਸ ਕੀਰਤਨ ਕਰਦੇ ਨੇ, ਮਹਾਨੰਦ ਦੇ ਸਾਗਰ 'ਚ ਡੁੱਬ ਜਾਈਦਾ ਹੈ। ਆ ਮਹਾਨੰਦ ਦਾ ਸਾਗਰ ਹੈ ਜਿੱਥੇ ਤੁਸੀਂ ਬੈਠੇ ਹੋ ਨਾ, ਇੱਥੇ ਆਨੰਦ ਹੀ ਨਹੀਂ, ਇੱਥੇ ਆਨੰਦ ਹੀ ਨਹੀਂ ਹੈ। ਆਨੰਦ ਪਿਓ ਵੇਖ ਕਿੰਨਾ ਪ੍ਰਤਾਪ ਪੁਰਖ ਨਿਰਵਾਣ। ਅੱਜ ਆਪਾਂ ਗੱਲ ਕਰਨੀ ਹੈ ਕਲਗੀਧਰ ਪਾਤਸ਼ਾਹ ਜੀ। ਸਮਝ ਨਹੀਂ ਲੱਗਦੀ ਕਿੱਥੋਂ ਸ਼ੁਰੂ ਕਰੀਏ। ਅਨੰਦਪੁਰ ਦੀ ਧਰਤੀ ਤੋਂ ਸ਼ੁਰੂ ਕਰੀਏ, ਪਟਨੇ ਦੀ ਧਰਤੀ ਤੋਂ ਸ਼ੁਰੂ ਕਰੀਏ, ਚਮਕੌਰ ਸਾਹਿਬ ਦੀ ਧਰਤੀ ਤੋਂ ਸ਼ੁਰੂ ਕਰੀਏ। ਆਪ ਜੀ ਹੁਣੇ ਸੁਣਦੇ ਸੀ ਭਾਈ ਸੁਰਜੀਤ ਸਿੰਘ ਜੀ ਖਾਲਸਾ ਜੀ ਕੋਲੋਂ, ਮਛਵਾੜੇ ਦੇ ਜੰਗਲਾਂ ਦਾ ਜਿਗਰ, ਜਿੱਥੇ ਕੰਡਿਆਂ ਦੀ ਸੇਜ ਤੇ ਪਾਤਸ਼ਾਹ ਪਏ ਨੇ, ਤੇ ਉੱਥੇ ਸਾਡੀਆਂ ਸੁੱਖਾਂ ਮੰਗੀਆਂ ਵਾਰ ਵਾਰ ਪਟ ਰਹੇ ਨੇ। ਸੁਖੀ ਵਸੇ ਮੋਰ ਪਰਵਾਰਾ, ਸੁਖੀ ਵਸੇ ਮੋਰ ਪਰਵਾਰਾ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਕਿਹੜੇ ਪਰਿਵਾਰ ਦੀ ਗੱਲ ਕਰਦੇ ਹੋ? ਕਿਹੜਾ ਪਰਿਵਾਰ? ਪਿਤਾ ਬਾਰ ਦਿੱਤਾ, ਪੁੱਤਰ ਆਪ ਜੰਗ ਦੇ ਮੈਦਾਨ 'ਚ ਤੁਰ ਕੇ ਆਏ ਹੋ, ਤੁਹਾਡੇ ਸਾਹਮਣੇ ਸ਼ਹੀਦੀਆਂ ਪਾਈਆਂ ਨੇ। ਕਿਹੜਾ ਪਰਿਵਾਰ? ਜਿਹੜਾ ਸਰਸੇ ਤੇ ਖੇਰੂ ਖੇਰੂ ਹੋ ਗਿਆ, ਉਹ ਪਰਿਵਾਰ ਜਿਨ੍ਹਾਂ ਦਾ ਪਤਾ ਹੀ ਨਹੀਂ ਮਾਤਾ ਸੁੰਦਰਪੁਰ ਕਿੱਥੇ ਨੇ, ਮਾਤਾ ਸਾਹਿਬਪੁਰ ਕਿੱਥੇ ਨੇ, ਮਾਤਾ ਗੁਜਰੀ ਜੀ ਕਿੱਥੇ ਨੇ, ਛੋਟੇ ਲਾਲ ਕਿੱਥੇ ਨੇ। ਮਹਾਰਾਜ ਕਿਹੜੇ ਪਰਿਵਾਰ ਦੀ ਗੱਲ ਕਰਦੇ ਹੋ? ਤੁਹਾਡਾ ਪਰਿਵਾਰ ਤਾਂ ਸਾਰਾ ਖੇਰੂ ਖੇਰੂ ਹੋ ਗਿਆ, ਪਰਿਵਾਰ ਥੋੜਾ ਤਾਂ ਸਾਰਾ ਵਿਛੜ ਗਿਆ। ਪਾਤਸ਼ਾਹ ਫਿਰ ਪੜ੍ਹਦੇ ਨੇ ਸੁਖੀ ਵਸੇ ਮੋਰੋ ਪਰਿਵਾਰਾ। ਭਾਈ ਦਇਆ ਸਿੰਘ ਨੇ ਫਿਰ ਪੁੱਛ ਲਿਆ, ਪਾਤਸ਼ਾਹ ਕਿਹੜੇ ਪਰਿਵਾਰ ਦੀ ਗੱਲ ਕਰਦੇ ਹੋ? ਜਿਹੜੇ ਸ਼ਹਿਨਸ਼ਾਹ ਕਹਿੰਦੇ ਭਾਈ ਦਇਆ ਸਿੰਘ ਸੁਖੀ ਵਸੇ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ। ਆ ਸਿੱਖ ਜਿੰਨੇ ਨੇ, ਮੇਰੇ ਸੇਵਕ ਜਿੰਨੇ ਨੇ, ਇਹ ਸਾਰਾ ਮੇਰਾ ਹੀ ਪਰਿਵਾਰ ਹੈ। ਮੇਰੇ ਪੁੱਤਰਾਂ ਕੇ ਸੀਸ ਪਰ ਬਾਹਰ ਦੇ ਚਾਰ ਨੂੰ ਤੱਕਿਆ ਪਿਆ, ਜੀਵਤ ਗਈ ਸਾਡੇ ਵੱਲੋਂ ਬਾਂਹ ਖੜੀ ਕਰਕੇ। ਇਹ ਕਹਿ ਦਿੱਤਾ ਸੀ ਜੇ ਅੱਜ ਅਸੀਂ ਖੁਸ਼ੀਆਂ ਮਨਾ ਰਹੇ ਹਾਂ, ਬੱਚਿਆਂ ਦੀਆਂ ਖੁਸ਼ੀਆਂ ਮਨਾ ਰਹੇ ਹਾਂ, ਖੁਸ਼ੀਆਂ ਕਿਹਦੀਆਂ ਦਿੱਤੀਆਂ ਨੇ? ਕਲਗੀਧਰ ਪਾਤਸ਼ਾਹ ਨੇ ਸਾਨੂੰ ਖੁਸ਼ੀਆਂ ਬਖਸ਼ੇ, ਕੰਡਿਆਂ ਦੀਆਂ ਸੇਜਾਂ ਤੇ ਪੈ ਗਏ। ਆਪ ਕੰਡਿਆਂ ਤੇ ਸੇਜਾਂ ਤੇ ਪੈ ਨੇ, ਸਾਡੇ ਵਾਸਤੇ ਗੱਦੇ ਨੇ, ਸਾਨੂੰ ਕਦੇਲੇ ਦੇ ਗਏ ਨੇ। ਆਪ ਕੰਡਿਆਂ ਦੀਆਂ ਸੇਜਾਂ ਤੇ ਪੈ ਨੇ। ਫਿਰ ਉੱਥੇ ਕਹਿ ਰਹੇ ਨੇ ਪੰਥ ਬਸੇ ਮੈਂ ਉਜੜਾ, ਮਨ ਜਾਓ ਤਨੇਰਾ। ਕਿੱਥੋਂ ਸ਼ੁਰੂ ਕਰੀਏ? ਬਾਦਸ਼ਾਹ ਨੇ ਆਪ ਸਾਰਾ ਜ਼ਿਕਰ ਕਰ ਦਿੱਤਾ, ਵਿਚਿੱਤਰ ਨਾਟਕ ਵਿੱਚ ਲਿਖ ਦਿੱਤਾ। ਬਾਦਸ਼ਾਹ ਕਹਿੰਦੇ ਆਪ ਮੈਂ ਆਪਣੀ ਕਥਾ ਵਿਖਾਣਾ। ਕਹਿੰਦੇ ਹੁਣ ਅਸੀਂ ਆਪਣੀ ਕਥਾ ਵਿਖਾਣ ਕਰਨ ਲੱਗੇ ਹਾਂ, ਹੁਣ ਅਸੀਂ ਆਪਣੀ ਕਥਾ ਲਿਖਣ ਲੱਗੇ ਹਾਂ, ਆਪਣੀ ਕਥਾ ਕਹਿਣ ਲੱਗੇ ਹਾਂ। ਸਿੱਖਾਂ ਨੂੰ ਕਹਿ ਰਹੇ ਨੇ ਪਾਤਸ਼ਾਹ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਪਹਿਲੇ ਜਿੰਨੇ ਅਵਤਾਰ ਹੋਏ ਨੇ ਇਸ ਧਰਤੀ ਤੇ ਰਹਿਬਰ ਆਏ ਨੇ, ਮਹਾਰਾਜ ਉਹਨਾਂ ਦੀ ਕਥਾ ਉਹਨਾਂ ਦੇ ਸਿੱਖ ਨੇ ਲਿਖੀ ਹੈ। ਮਹਾਰਾਜ ਜੀ ਤੁਹਾਡੀ ਕਥਾ ਵੀ ਤੁਹਾਡਾ ਕੋਈ ਸਿੱਖ ਲਿਖ ਦੇਗਾ, ਤੁਸੀਂ ਆਪਣੀ ਕਥਾ ਕਿਉਂ ਲਿਖਣ ਲੱਗੇ ਹੋ? ਕਿਉਂ ਲਿਖ ਰਹੇ ਹੋ? ਸਤਿਗੁਰੂ ਜੀ ਨੇ ਕਿਹਾ ਖਾਲਸਾ ਜੀ ਜਦੋਂ ਕਿਸੇ ਵਿਚਾਰ ਦਾ ਨਿਆਈ
ਸਿਸ਼ ਕਥਾ ਲਿਖਦਾ ਹੈ ਨਾ, ਸ਼ਬਦਾਂ ਵਿੱਚ ਭਿੱਜ ਕੇ, ਪਿਆਰ ਵਿੱਚ ਭਿੱਜਿਆ ਹੋਇਆ ਉਹ ਆਪਣੇ ਉਸ ਅਵਤਾਰ ਨੂੰ, ਉਸ ਗੁਰੂ ਨੂੰ, ਗੁਰੂ ਪਰਮੇਸ਼ਰ ਜੋ ਹੈ ਨਾ ਉਹ ਤੋਂ ਵੱਡਾ ਕਰ ਦਿੰਦਾ ਹੈ। ਗੁਰੂ ਪਰਮੇਸ਼ਰ ਤੋਂ ਪਿਆਰ 'ਚ ਭੇਜਿਆ ਹੋਇਆ, ਸ਼ਬਦਾਂ 'ਚ ਭੇਜਿਆ ਹੋਇਆ ਪਰਮੇਸ਼ਰ ਤੋਂ ਵੱਡਾ ਕਰ ਦਿੰਦਾ ਹੈ। ਅਸੀਂ ਆਪਣੀ ਕਥਾ ਇਸ ਕਰਕੇ ਲਿਖ ਰਹੇ ਹਾਂ, ਸਾਨੂੰ ਕੋਈ ਵੱਡਾ ਕਥਨ ਨਾ ਕਰ ਦੇਵੇ, ਸਾਨੂੰ ਕੋਈ ਵੱਡਾ ਕਥਨ ਨਾ ਕਰ ਦੇਵੇ। ਮਹਾਰਾਜ ਤੁਸੀਂ ਤਾਂ ਆਪ ਪਰਮੇਸ਼ਰ ਹੋ। ਪਾਤਸ਼ਾਹ ਕਹਿੰਦੇ ਨਹੀਂ, पातशाह ने कथन किया जो हमको परमेश्वर उतरे तिन सब नर कुंड में परे। कहते मैं हूं परम पुरख को दासा देखण आया जगत तमाशा। इस करके भाई दया सिंह जी असी अपनी कथा आप लिखण लगे हैं। अब मैं अपनी कथा बखान तप साधत जय विद को आनो। कहते तप करदे ये विद बन गई ते सानू असी बड़ा जप तप किया, ये विद बन गई, सानू संसार आना पाया। सानू तप करदे नूं परमेश्वर ने बुला लिया, तप करदे नूं परमेश्वर ने बुला लिया। तप करदे नूं बुला लिया मनोहरी ने, कथा मैं सुनावां अपनी। तप करदे नूं बुला लिया मनोहरी ने, कथा मैं सुनावां अपनी। अजे थोड़ा लंबा समय है। विचार जी शुरू की है अगे तोरीए। कहते तप साधत जय विद मो आनो, कहते विद बन गई। ते पातशाह कहते असी तप कित्थे कर रहे थे, बयान कर रहे हैं, दस रहे हैं पातशाह। कहते हेम कुंड पर्वत है जहां सपत श्रेष्ठ शोभत है तहां। हेम की बर्फ कुंड के एरिए
ਜਿਹੜੇ ਪੰਥ ਜਿੱਥੇ ਪਰਬਤ ਤੇ ਪਰਬਤ ਨੇ। ਹੋਰ ਨਿਸ਼ਾਨੀ ਜਿਹੜੀ ਦੱਸੀ ਆ, 7 ਸਰੇ 7 ਚੋਟੀਆਂ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਸੁਹਾਇਵਾਨ ਨੇ। ਪਾਤਸ਼ਾਹ ਏਰੀਆ ਦੱਸ ਰਹੇ ਨੇ ਕਿੱਥੇ ਅਸੀਂ ਤਪ ਕਰਦੇ ਸੀ। ਇਹੀ ਨਿਸ਼ਾਨੀਆਂ ਨਾਲ ਬਾਬਾ ਮੋਹਦਰ ਸਿੰਘ ਜੀ ਜਿਨ੍ਹਾਂ ਪਿੰਡ ਨਗਰ ਮਾਣੋ ਦੇ ਕੋਲ ਹੈ, ਉਹਨਾਂ ਨੇ ਸਥਾਨ ਲੱਭਿਆ ਤੇ 7 ਚੋਟੀਆਂ ਸੁਹਾਇਵਾਨ ਨੇ ਉੱਥੇ, ਜਿਨ੍ਹਾਂ ਤੇ ਖਾਲਸੇ ਨੇ ਨਿਸ਼ਾਨ ਚੜਾ ਦਿੱਤਾ। ਵਾਹ ਵਾਹ। ਭਾਈ ਸ਼ੇਰ ਸਿੰਘ ਜੀ ਦਮਦਮ ਟਕਸਾਲ ਦੇ ਜਿਹੜੇ ਆਏ ਸਾਲ ਹੀ ਉੱਥੇ ਚੋਲਾ ਬਦਲ ਕੇ ਆਉਂਦੇ ਨੇ। ਬਹੁਤ ਕਠਿਨ ਹੈ ਉਹਨਾਂ ਪਹਾੜੀਆਂ ਤੇ ਜਾਣਾ, ਬਹੁਤ ਕਠਿਨ ਹੈ। ਹੁਣ ਉਹਨਾਂ ਦੀ ਬਿਰਧ ਅਵਸਥਾ ਹੋ ਗਈ ਪਰ ਫਿਰ ਵੀ ਸੇਵਾ ਉਹ ਕਰੀ ਜਾ ਰਹੇ ਨੇ। ਪਾਤਸ਼ਾਹ ਫਿਰ ਵੀ ਸੇਵਾ ਉਹਨਾਂ ਤੋਂ ਲਈ ਜਾ ਰਹੇ ਨੇ। ਭਾਈ ਸ਼ੇਰ ਸਿੰਘ ਜੀ ਤੋਂ ਉਹ ਨਿਸ਼ਾਨੀਆਂ ਜਿਹੜੀਆਂ ਦੱਸਦੇ ਨੇ ਪਾਤਸ਼ਾਹ, ਜਿੱਥੇ ਤਪ ਕੀਤਾ। ਉਸ ਜਗ੍ਹਾ ਤੇ ਪਾਂਡਵਾਂ ਨੇ ਵੀ ਤਪ ਕੀਤਾ ਤੇ ਉੱਥੇ ਹੋਰ ਵੀ ਜੋਗੀ ਤਪ ਕਰ ਰਹੇ ਸਨ। ਜਿਸ ਸਿਰ ਤੇ ਬੈਠ ਕੇ ਮੇਰੇ ਪਾਤਸ਼ਾਹ ਦੁਸ਼ਟ ਦਮਨ ਜੀ ਤਪ ਕਰ ਰਹੇ ਸੀ ਹਿੰਦੂ ਧਰਤੀ ਤੇ, ਉੱਥੇ ਹੋਰ ਵੀ ਜੋਗੀ ਸੀ, ਹੋਰ ਵੀ ਤਵਿਸਰ ਸੀ। ਧਿਆਨ ਦਿਓ, ਗੱਲ ਨਹੀਂ ਕਰਨੀ ਕਿਸੇ ਦੀ, ਧਿਆਨ ਇੱਧਰ ਦਿਓ, ਇੱਧਰ ਹੋ ਜਾਓ, ਧਿਆਨ ਇੱਧਰ ਜੋੜ ਕੇ ਰੱਖਣਾ ਹੈ, ਗੱਲ ਬਲ ਨਹੀਂ ਤਾਂ ਪੂਰਾ ਪੂਰਾ ਲਾਭ ਮਿਲੇਗਾ। ਮੈਂ ਕੋਈ ਬਹੁਤਾ ਬੁੱਧਵਾਨ ਨਹੀਂ, ਮੇਰੇ ਕੋਲ ਕੋਈ ਵਿਦੁਤਾ ਨਹੀਂ। ਜੋ ਸਤਿਗੁਰੂ ਨੂੰ ਬੁਲਾਉਂਦੇ ਨੇ ਮੈਂ ਬੱਚਾ ਤੁਹਾਡੇ ਨਾਲ ਸਾਂਝੇ ਕਰ ਦੇਣਾ। ਉਹ ਜਿਹੜੇ ਹੋਰ ਜੋਗੀ ਸੀ ਤਪ ਕਰਨ ਵਾਲੇ, ਪਾਤਸ਼ਾਹ ਦੇ ਸਿਰ ਤੇ ਬੈਠ ਕੇ ਤਪ ਕਰਦੇ ਸੀ। ਉਹ ਰੋਜ਼ ਆ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਸੀ। ਉਹਨਾਂ ਨੂੰ ਰਾਜ ਜੋਗੀ ਕਹਿੰਦੇ ਸੀ। ਦੁਸ਼ਟ ਦਮਨਿਆਂ ਨੂੰ ਉਹ ਰਾਜ ਜੋਗੀ ਕਹਿੰਦੇ ਸੀ। ਰੋਜ਼ ਸਤਿਗੁਰਾਂ ਨੂੰ ਨਮਸਕਾਰ ਕਰਨੀ, ਕੋਈ ਬੰਦਗੀ ਤੇ ਰੁਕਾਵਟ ਆਣੀ, ਪਾਤਸ਼ਾਹ ਨੂੰ ਆ ਕੇ ਰਸਤਾ ਮਾਰਗ ਪੁੱਛਣਾ, ਪਾਤਸ਼ਾਹ ਨੇ ਰਾਹ ਦੱਸ ਦੇਣਾ, ਮਾਰਗ ਦੱਸ ਦੇਣਾ। ਰੁਕਾਵਟ ਜਿਹੜੀ ਸੀ ਰੂਹਾਨੀਅਤ ਦੀ ਕੋਈ ਆਣੀ, ਉਹ ਦੂਰ ਕਰ ਦੇਣੀ ਮੇਰੇ ਪਾਤਸ਼ਾਹ। ਇੱਕ ਦਿਨ ਬੈਠਿਆਂ ਬੈਠਿਆਂ ਪਾਤਸ਼ਾਹ ਕਹਿਣ ਲੱਗੇ ਕਿ ਅਸੀਂ ਹੁਣ ਇੱਥੋਂ ਦੁਆਰਾ ਫਿਰ ਮਾਤਲੋਕ ਚਲੇ ਜਾਣਾ ਹੈ। ਉਹ ਰਿਸ਼ੀ ਬੜੇ ਹੈਰਾਨ ਹੋਏ। ਜਿਸ ਮੰਜ਼ਿਲ ਨੂੰ ਤੁਸੀਂ ਪਾਉਣਾ ਸੀ, ਜਿਸ ਮੰਜ਼ਿਲ ਤੇ ਤੁਸੀਂ ਪਹੁੰਚਣਾ ਸੀ, ਉਹ ਮੰਜ਼ਿਲ ਨੂੰ ਤੁਸੀਂ ਤੈਅ ਕਰ ਚੁੱਕੇ ਹੋ। ਜਿੱਥੇ ਤੁਸੀਂ ਪਹੁੰਚਣਾ ਸੀ ਉੱਥੇ ਪਹੁੰਚ ਚੁੱਕੇ ਹੋ। ਹੁਣ ਇੱਛਾ ਕਿਉਂ ਪ੍ਰਗਟ ਕਰ ਲਈ? ਦੁਆਰਾ ਮਾਤਲੋਕ ਜਾਣ ਦੀ ਇੱਛਾ ਕਿਉਂ ਪ੍ਰਗਟ ਕਰ ਲਈ? ਕਹਿੰਦੇ ਸਾਨੂੰ ਹੁਕਮ ਹੋਇਆ ਅਕਾਲ ਪਰਮੇਸ਼ਰ ਦਾ ਹੁਕਮ ਹੋਇਆ ਸੀ। ਵਿਚਾਰਾਂ ਕਰਦਿਆਂ ਕਰਦਿਆਂ ਸ਼ਾਮ ਹੋ ਗਈ। ਜਿਹੜੇ ਰਿਸ਼ੀ ਸੀ ਆਪਣੀ ਆਪਣੀ ਕੁਟੀਆ ਚ, ਆਪਣੀ ਆਪਣੀ ਝੋਪੜੀ ਚ ਚਲੇ ਗਏ। ਜਾ ਕੇ ਆਪਣੀ ਤਪ ਸਾਧਨਾ ਚ ਲੱਗ ਕੇ ਜਿਹਦੀ ਆਰਾਧਨਾ ਕਰਦੇ ਸੀ ਉਹਨਾਂ ਨੂੰ ਯਾਦ ਕਰ ਰਹੇ ਨੇ। ਉਹਦਾ ਧਿਆਨ ਕਰਦੇ ਪਏ ਨੇ। ਜਿਹਦਾ ਧਿਆਨ ਧਰਿਆ ਉਹੀ ਉਸ ਰੂਪ ਚ ਆ ਕੇ ਤੇ ਕਹਿਣ ਲੱਗੇ, ਭਾਈ ਦੁਸ਼ਟ ਦਮਨ ਜੀ ਸੱਚ ਕਹਿ ਰਹੇ ਨੇ, ਸੱਚਮੁੱਚ ਉਹ ਸੰਸਾਰ ਚ ਜਾ ਰਹੇ ਨੇ, ਤੁਸੀਂ ਵੀ ਉਹਨਾਂ ਦੇ ਨਾਲ ਹੋ ਜਾਓ। ਸਵੇਰ ਹੋਈ, ਜਿਸ ਤਰ੍ਹਾਂ ਪਹਿਲਾਂ ਉਹ ਰਿਸ਼ੀ ਆ ਕੇ ਰਾਤ ਜੋਗੀ ਜੀ ਨੂੰ ਨਮਸਕਾਰ ਕਰਦੇ ਸੀ, ਬਸ ਨਮਸਕਾਰ ਕੀਤੀ, ਹੱਥ ਜੁੜੇ ਨੇ। ਪਾਤਸ਼ਾਹ ਤੁਸੀਂ ਸੱਚਮੁੱਚ ਹੀ ਮਾਤ ਲੋਕ ਜਾ ਰਹੇ ਹੋ ਤੇ ਸਾਡਾ ਦਿਲ ਕਿੱਦਾਂ ਲੱਗੇਗਾ, ਸਾਡਾ ਸਮਾਂ ਕਿੱਦਾਂ ਪਾਸ ਹੋਵੇਗਾ, ਸਾਨੂੰ ਰੂਹਾਨੀਅਤ ਦਾ ਮਾਰਗ ਕੌਣ ਦੱਸੇਗਾ?
बड़िया रुकावट आ जांदियां ने बंदगी दे विच। वो साडा मार्ग सानू कौन दसेगा? पातशाह कहंदे तुसीं भी नाल आ जाना। आखो सतनाम। ये सारियां तख्तां पातशाह दे नाल आईयां हेमकुंट साहिब से, जिन्नियां भी पावरां ने, पंज प्यारे ने, साहिबजादे ने, ये जब तक नहीं रुके। कहते जदों सानू हुक्म होया ना, साडा मन नहीं सी कर रहा आन नूं संसार दे विच, साडा इत्थों जाण नूं चित नहीं करदा। पातशाह कहते साडा चित नहीं सी कर रहा संसार आण वास्ते। चेतना प्यो हमरो हमरे आवन कह, पातशाह कह रहे हैं साडा चित नहीं सी कर रहा। क्यों नहीं सी कर रहा? चुपी रही सुत प्रभु चरणा में, प्रभु चरणा च साडी सुत लगी हुई सी, चुपी हुई सी साडी सुत गुरु महाराज परमेश्वर के चरणा च लगी हुई सी। इस करके साडा चित नहीं सी आ रहा कर आण नूं। पर पातशाह कहते असीं ना तुहानूं अपना पुत्र बना के भेजना है। वाह वाह वाह। मैं अपना सुख तुझे न वजा, पंथ वर्त करवे कुछ सजा। पंथ सजाण वास्ते तनु इस दुनिया संसार से अपना पुत्र बना के भेज रहे हैं। हेमकुंट ते स्वाति लगी है जिन्हें पंथ खालसा सदना। हेमकुंट ते समाधि है। माफ करो इसलिए थोड़ा ढिलाया। दिल्ली जा रहे थे, खराब हो गई सी, थोड़ा साथ देना। हेमकुंड ते समाधि लाई बैठा, गुरपंथ साधने नो।
ਜੇ ਕਾਲ ਪਰਮੇਸ਼ਰ ਦਾ ਹੁਕਮ ਹੋ ਗਿਆ ਤੁਸੀਂ ਬਾਹਰ ਪੰਜਾਬ ਪੰਥ ਸਕਦੇ ਹੋ। ਫਿਰ ਪਾਤਸ਼ਾਹ ਕਹਿੰਦੇ ਅਸੀਂ ਵਚਨ ਕੀਤਾ, ਬੇਨਤੀ ਕੀਤੀ, ਠਾੜ ਪਿਓ ਮੈਂ ਜੋਰ ਕਰ ਵਚਨ ਕਹਾਂ ਸਿਰ ਲਿਆਏ। ਕਹਿੰਦੇ ਹੱਥ ਜੋੜ ਕੇ ਸਿਰ ਨੀਵਾਂ ਕਰਕੇ ਮੈਂ ਫਿਰ ਪਰਮੇਸ਼ਰ ਨੂੰ ਬੇਨਤੀ ਕੀਤੀ। ਕੀ ਬੇਨਤੀ ਕੀਤੀ? ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਜੋ ਤੁਸੀਂ ਸਹਾਈ ਹੋਵੋਗੇ ਨਾ, ਤੁਸੀਂ ਕਿਰਪਾ ਕਰੋਗੇ ਤਾਂ ਇਹ ਪੰਥ ਚੱਲੇਗਾ। ਮੇਰੇ ਕੋਲ ਕੋਈ ਐਸੀ ਤਾਕਤ ਪਾਵਰ ਨਹੀਂ ਕਿ ਮੈਂ ਪੰਥ ਚਲਾ ਸਕਾਂ। ਤੁਸੀਂ ਪੁੱਤਰ ਬਣਾ ਕੇ ਭੇਜ ਰਹੇ ਹੋ, ਬੇਟੇ ਅੰਦਰ ਆ ਜਾਓ, ਗੇਟ ਦੇ ਸਾਹਮਣੇ ਬੈਠ, ਅੰਦਰ ਆ ਜਾਓ, ਅੰਦਰ ਆ ਜਾਓ, ਅੰਦਰ ਆ ਜਾਓ। ਬਹੁਤ ਜਗ੍ਹਾ ਅੰਦਰ ਆ। ਕਹਿੰਦੇ ਅਸੀਂ ਬੇਨਤੀ ਕੀਤੀ, ਬੇਨਤੀ ਰੂਪ ਪਰਮੇਸ਼ਰ ਨੂੰ ਹੱਥ ਜੋੜ ਕੇ ਸਿਰ ਨਵਾ ਕੇ ਬੇਨਤੀ ਕੀਤੀ। ਪਾਤਸ਼ਾਹ ਕੀ ਬੇਨਤੀ ਕੀਤੀ? ਠਾੜ ਪਿਓ ਮੈਂ ਜੋਰ ਕਰ ਵਚਨ ਕਹਾਂ ਸਿਰ ਨਿਆਏ। ਪੰਥ ਚੱਲੇ ਤਬ ਜਗਤ में जब तुम करो सहाय। इसकी सहायता करनी है ਤਾਂ ਇਹ ਪੰਥ ਚੱਲੇਗਾ, नहीं तो चलना नहीं। तुसी करनी सहायता सचे पातशाह, ताइयों चलो पंथ खालसा।
ਐਸੇ ਬਚਨ ਕਿਹਾ, ਬੇਨਤੀ ਕੀਤੀ ਹੱਥ ਜੋੜੇ ਸਿਰ ਨਵਾ ਕੇ, ਐਨੇ ਪੰਥ ਚੱਲੇ ਤਬ ਜਗਤ ਨੇ, ਜਬ ਤੁਮ ਕਰੋ ਸਹਾਏ। ਜੇ ਤੁਸੀਂ ਸਹਾਈ ਹੋਵੋਗੇ, ਤੁਸੀਂ ਸਹਾਇਤਾ ਕਰੋਗੇ ਤਾਂ ਇਹ ਪੰਥ ਚੱਲ ਸਕਦਾ, ਨਹੀਂ ਚੱਲ ਸਕਦਾ। ਫਿਰ ਪਾਤਸ਼ਾਹ ਨੇ ਕਿਹਾ ਸੀ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ, ਪੁੱਤਰ ਬਣਾ ਕੇ। ਹੁਣ ਪਿਓ ਤੇ ਪੁੱਤ ਕੋਈ ਫਰਕ ਨਹੀਂ ਹੁੰਦਾ, ਪਰਮੇਸ਼ਰ ਦਾ ਪੁੱਤਰ ਹੈ। मैं अपना सुध तुझे नवाजा, पंथ परज करबे को साझा। मैं अपना पुत्र बना के तुम संसार दुनिया भेजने, तुसी पंथ खालसा साजना। वाहिगुरू फिर अगे जिक्र करते हैं पातशाह अपने माता पिता का जिक्र अगे करते ने, कहते मात मर अर्थ अराधा, मेरे माता पिता ने था बंदगी राधना की। किथे की आप जी पता, बाबे बकाले की धरती, जोग साधना की, वो विद जोग साधना साधा, बहुत साधना की, जब तक किया। अज का प्रचार साडा मनन नूं तैयार नहीं। किड्डा जप सस्सी माता गुजरी ना, 26 साल 9 महीने 13 दिन का जप तप भोरे गुरु तेग बहादुर जी। माता गुजर कौर जी खड़ के पहरा दे रहे, नाले जप तप कर रहे, सबर संतोख देखो। अज साढ़े 2-4 साल टप जान, 5 साल टप जान, सानू सबर नहीं आता। असीं जदे बाबियां दे घूमण लग जाते हैं, लात नहीं हुई, बच्चा नहीं होया, कदे मड़ियां तो कदे कबरां तो कदे पीरां तो जा जाके नक्का रगड़दे सुख दे। सबर देखो माता गुजर कौर दियां। वाहिगुरू धन माता। 10 साल लंघ, 20 साल लंघ, समा गुजरता जा रहा है, पर माता गुजर कौर के मन से की गुजरती है? सच्चे पातशाह ए भी दात तेरी दाता, ये तेरी दाता ने दतार, जो चाहोगे उदों दे दो, जो चाहे सतगुरु जिन्हों चाहे जिन्ना चाहे उदों दे सकता है, उदों कोई बाह नहीं फड़ सकता। जो चाहे जिन्ना चाहे सतगुरु दे सकता है। सबर की हद टुट गई, 26 साल का समा निकल गया, 27वां साल शुरू हो गया। समा अगे गुजरता जा रहा है। कहते इन्नी बंदगी तात मात मर अर्थ राधा, वो विद जोग साधना साधा। इन्नी साधना, इन्नी सेवा, तिन जो करी अर्थ की सेवा, ताते प्रसन्न गुरुदेव पिता प्रसन्न हो गए। बंदगी सेवा तो शिव माता गुजर कौर ने पूछा, परमेश्वर ने आप आके माता दस की चाहती है, की चाहिए? अगे मंग की हुई है? माता गुजर कौर कहन लगे सब एक पुत्र की लोड़ है। बेशक कहना इन्ना जप तप थोड़ा, इन्नी आराधना, इन्नी सेवा, एक पुत्र की मंग करते कहते हाँ सानू एक पुत्र ही चाहिए। पुत्र ऐसा होना चाहिए जिहड़ा दुनिया संसार च ना कोई आया होवे ते ना कोई आवे। ना कोई आया होवे ते ना कोई
ਤਾਂ ਹੀ ਆਪਾਂ ਪੜ੍ਹਦੇ ਹਾਂ। ਕੀ ਪੜ੍ਹਦੇ ਹਾਂ? ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਗੁਰੂ ਦਸ਼ਮੇਸ਼ ਕਰਦਾ। ਕਿੰਨੇ ਵਾਰ ਬੇਨਤੀ ਕੀਤੀ, ਸੱਟ ਜਾਲੇ ਰੱਖੋ, ਬੀਬੀਆਂ ਦੀ ਆਵਾਜ਼ ਆਵੇ। ਸਾਰੀ ਮਿਲ ਕੇ ਬੋਲੇ ਕਿ ਭਾਈ ਜੀ ਗੀਤ ਗਾਉਂਦੇ ਆ, ਸਿਰ ਨਾਲ ਸਿਰ ਜੋੜ ਦਿੰਦੇ ਆ। ਜਦੋਂ ਗੀਤ ਗਾਉਂਦੀਆਂ ਬੀਬੀਆਂ ਸਿਰ ਨਾਲ ਸਿਰ ਜੋੜ ਕੇ ਇੱਕ ਦੂਜੇ ਤੋਂ ਵੱਧ ਆਵਾਜ਼ ਕੱਢਦੀਆਂ ਨੇ। ਇੱਥੇ ਬੋਲੋ, ਸਾਰੀ ਆਵਾਜ਼ ਆਵੇ, ਤੁਸੀਂ ਸਪੀਕਰ ਸਾਰੇ ਰਲ ਕੇ ਬੋਲਦੇ। ਇੱਕ ਤੋਂ ਇੱਕ ਉੱਚੀ ਆਵਾਜ਼ ਕੱਢਦੀਆਂ ਨੇ, ਮੇਰੀ ਆਵਾਜ਼ ਸੁਣ ਲੈ, ਮੇਰੀ ਕੋ ਸੁਣ ਰਿਹਾ ਕਿ ਨਹੀਂ ਸੁਣ ਰਿਹਾ। ਧਿਆਨ ਤੋਂ ਗੁਰੂ ਦੇ ਗੀਤ ਗਾ ਰਹੇ ਆ, ਉਹਦੀ ਸੁਭਾ ਉਹਦੀ ਮਹਿਮਾ ਕਰ ਰਹੇ ਆ। ਕਹਿੰਦੇ ਪਰਮੇਸ਼ਵਰ ਖੁਸ਼ ਹੋ ਗਿਆ, ਪਰਮੇਸ਼ਵਰ ਨੂੰ ਕਹਿਣਾ ਪੈ ਗਿਆ, ਏਦਾਂ ਹੀ ਹੋਏਗਾ। ਐਡਾ ਜਪ ਤਪ, ਇੰਨੀ ਸੇਵਾ, ਇੰਨੀ ਬੰਦਗੀ, ਕਿਉਂਕਿ ਉਹ ਕੁੱਖ ਹੀ ਬੰਦਗੀ ਵਾਲੀ ਚਾਹੀਦੀ ਸੀ, ਜਿੱਥੇ ਉਹ ਪ੍ਰਕਾਸ਼ ਧਾਰਨ ਕਰਨਾ ਸੀ। ਸ਼ੇਰਨੀ ਦਾ ਦੁੱਧ ਜਿਹੜਾ ਨਾ ਸੋਨੇ ਦੇ ਬਰਤਨ ਚ ਪੈਂਦਾ, ਹੋਰ ਕਿਸੇ ਚ ਨਹੀਂ ਪੈਂਦਾ। ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਚ ਪੈਂਦਾ, ਹੋਰ ਕਿਸੇ ਪੌਂਕ ਦਾ ਫਟ ਜਾਏਗਾ। ਹੁਣ ਇੰਨੀ ਪਾਵਰਫੁਲ, ਇੰਨੀ ਤਾਕਤ ਵਾਲੀ ਕੁੱਖ, ਇੰਨੀ ਬੰਦਗੀ ਵਾਲੀ ਕੁੱਖ ਚਾਹੀਦੀ ਸੀ, ਤੇ ਜਿੱਥੇ ਉਹ ਪ੍ਰਕਾਸ਼ ਧਾਰਨ ਕਰਨਾ ਸੀ। ਕਹਿੰਦੇ ਫਿਰ ਸਾਨੂੰ ਪ੍ਰਭੂ ਨੇ ਹੁਕਮ ਕੀਤਾ, ਤਿੰਨ ਪ੍ਰਭ ਜਬ ਐਸ ਨੂੰ ਦਿया, ऐस ਨੂੰ आ गया, तब हम जन्म करो में लिया। फिर से जन्म धारण किया, जन्म कितने धारण किया? तही प्रकाश, रोज पढ़ते पढ़ो, तही प्रकाश पटना शहर विखे उत्थे रौनकां, उत्थे रौनकां आ गई। पटने की धरती जिथे गुरु तेग बहादुर पहुंचते हैं, सालसराय जोधी दे हवेली दे विच जिथे गुरु नानक वैदा करके सी, गुरु नानक वचन करके सी, 10वें जामे च आवांगे, जोरी नूं कहंदे तेरे घर च लंबा समा रवांगे। उत्थे पहुंचते हैं, अज उत्थे पटने धरती ते रौनकां ने, देवी देवते उतरे हुए ने, गुप्त रूहां उतरियां हुई हैं, राग रतन परवार परियां, शब्द गावने शब्द तो गाओ हरि केरा। ਹੁਣ देवी देवते उधर फुलों की वर्षा, उधर गीत राग,
परियां जड़ियां राग गादियां इंदर दिया परियां फुल बरसाण देवते इंद्र दियां परियां गीत गा रहियां फुल्लां दी बरखा दित्ते कर रहे ने प्रकाश धारण कर लिया पटने की धरती ते शहर च खुशियां खेड़ा है रौनकां लग गईयां मिठा वंडिया जा रहा है उदों मिठा पता की हुंदा सी शक्कर ते मक्की उबाल लेनी बकलियां कहंदे सी मेरे समझ जब पुराने बैठे ना पता होएगा की कहंदे सी भाई बकलियां बकलियां का प्रसाद वंडिया गया माता नानकी ने दादी ने बुजुर्ग अवस्था है नाले वंड रहे हैं खुशियां साझियां कर रहे हैं नाल वंडी जा रहे हैं नाल कह रहे जिन्हां दे औलाद नहीं ना पुत्र थोड़ियां भी झोलियां पाइयां थोड़े भी पुत्र होवे थोड़े घर खेड़ा भी आवे खुशियां थोड़े घर भी वरते नाल सीसां ते नाल प्रसाद वंडी जा रही है उधर तेग बहादुर जी घर नहीं है गुरु तेग बहादुर बोलो घर नहीं शाम की धरती ते गए हुए दी दुनिया का भला करने वास्ते उत्थे दो राजा जंग हो गया सी छड्ड के पटने की धरती ते चले गए ने ड्यूटी ला गए माता नानकी दी भाई दयाल दास दी मामा करपाल दास दी सारे परिवार ने किया भाई दयाल दास का वचन मनना है तो कहना मनना भाई दयाल दास जी कौन सी भाई दयाला जी जिन्हें देगे चौबाले खाते जिन्होंने देगे चौबाले खाते कहते इन्हों का वचन मनना इन्हों के कहने च रहना ਹੁਣ ਉਧਰ ਜਦੋਂ ਪ੍ਰਕਾਸ਼ ਧਾਰਨ ਕਰਦੇ ਨੇ ਤਾਂ ਉਧਰ ਅੱਜ ਸ਼ਾਮ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਰੋਜ਼ ਆਸਣਾ ਤੇ ਆਰਾਮ ਕਰਦੇ ਨੇ ਤੇ ਅੱਜ ਆਰਾਮ ਨਹੀਂ ਕਰ ਰਹੇ ਸਿੱਖਾਂ ਨੇ ਆਸਣ ਲਾ ਦਿੱਤੇ ਗੁਰੂ ਪਿਆਰਿਆਂ ਨੇ ਆਸਣ ਲਾ ਦਿੱਤੇ ਸਤਿਗੁਰੂ ਜੀ ਆਰਾਮ ਕਰੋ ਕਹਿੰਦੇ ਅੱਜ ਅਸੀਂ ਆਰਾਮ ਨਹੀਂ ਕਰਨਾ ਅੱਜ ਅਸੀਂ ਆਰਾਮ ਨਹੀਂ ਕਰਨਾ ਅੱਜ ਉਹ ਦੁਸ਼ਟ ਦਮਨ ਆ ਰਹੇ ਨੇ ਕਲਗੀਧਰ ਪਾਤਸ਼ਾਹ आ रहे हैं वो आ रहे जिन्हें पथ चलाना सारी रात चक्कर कटते रहे जो प्रकाश होया उदों क्या सिखा जिहदी डीक सी तो आ गए जाओ उन्होंने नाम गोबिंद राय रखा गया उत्थों ही लिख के भेज दिते नाम की रखा गोबिंद राय टाके की धरती शाम को युद्ध हो रहा सी दो राजियां से वो मिटाण वास्ते गए थे राजियां के युद्ध तो होंदे ही ने बादशाह उत्थे कह के तुरे कि उत्थे उन्हां दे पुत्र धियां पुत्र भरा मारे जा रहे हैं किसी का पुत्र है किसी का भरा है जंग च मारिया जा रहा है वो रुकना है समझा के इन्होंने समझाना है समझाया जाके जंग बंद करा देते ते उत्थे ऐ नहीं पता लग्या पुत्र 33 साल बाद होया तो चलो फटाफट
नहीं, फिर भला कर रहे हैं उत्थे दुनिया का, भला करते हैं। राजा रतन राय जी हुए ने, राजा राम राय के पुत्र राजा राम राय के घर औलाद नहीं सी। समा बाकी गुरु तेग बहादुर जी को आते हैं, आके दसन वालियां समझाण वालियां सेध देने वालियां सेध दे दी कि गुरु तेग बहादुर के चरणों च चले जाओ, उन्होंने जब चरण छड्डियो ना जब तक कृपा नहीं हो जाती। वो राजा है, जुगती मिल गई, जुगती लैके चले गए, चाबियां नाल ले गए, राज भाग दी चाबियां नाल ले जाके सतगुरु तेग बहादुर के चरणों च नमस्कार करके नाल चाबियां भी रख दी, फरमाया भेंट की, बादशाह आ समो खजाने दी चाबियां, आ समो राज भाग दी चाबियां, साडे कोई संभालण वाला नहीं, ज्यादा कृपा करो कि संभालण वाला दे दो, ज्यादा कृपा करके कोई संभालण वाला दे दो, नहीं राज भाग ऐसे जा रहा है, राज भाग ऐसे जा रहा है। जान सुनिया राज दिया गलियां, वाद प्यारे पुत्रा बगैर राज गलियां खाली ने, ऐदी चले जानियां वांझियां चले जाने। कृपा कर दे जा राज भाग संभाल लो, जा संभालण वाला बख्श दे। उत्थे गुरु तेग बहादुर की कृपा की, नाल बचन दिता, जेड़ा पुत्र आएगा ना ਉਹਦਾ नाम रतन राय रख दिओ, ते ਉਹਦੇ जम ਦੇ मत्थे ते एक मोहर होएगी, निशानी होएगी। वो राजा रतन राय जिन्हें सतगुਰਾਂ ਨੂੰ प्रसादी हम थी, कई कला शस्त्र भेंट किया सी, तंदूआ सोने की चौकी, मैं इधरों ना जावा जिथों राजे कर उठे सी। गुरु तेग बहादुर जी उधार करते भला करते संसार का चाले पाते हैं, हौली हौली आ रहे हैं भला करते हैं। उधर एक दिन गरीब बख्श ते हरीब बख्श इन्हां दा बाग सी सुक गया सी। माता गुजरी नूं बेनती की कि साडा बाग सुक गया, कोई कृपा करो। माता गुजरी जी कहण लगे तुसीं गुरु नानक ते गुरु तेग बहादुर के बेनती करो, वो तुहाडा बाग हरिया भरिया कर सकते हैं। उन्होंने बेनतियां करनियां शुरू कर दी।
उधर गुरु तेग बहादुर जी आते ने हुण 4 साल का समा गुजर गया। पुत्र नूं प्रकाश धारण कीते 4 साल का समा। हुण जदों आए ने पटने के बार बाग से गरीब बख्शदा हरीम बख्शदा उस बाग च आके रुकते हैं। जो बाग च रुकते ना बाग हरिया भरिया हो जाता। उत्थे ही मिलाप माता गुजरी जी गोबिंद राय नूं लेके आए हैं। उत्थे ही मिलाप हुंदा है, उत्थे बचन विलास होंदे ने। गुरु तेग बहादुर जी कह रहे माता गुजरी जी नूं संबोधन करके मेरी एक गल ध्यान नाल सुनियो जरा। कहते मेरा बचन भावां तुसीं कट दिओ चाहे टाल दिओ, पर आ जिहड़ा लाल है ना इहदा बचन कदे कटिओ ना, टालिओ ना। इहदा जप तप सड़ तो कई गुणा ज़्यादा है। इहदा जप तप सड़ तो बहुत ज़्यादा है। वचन नहीं बोलना। हुण बचन सुनिए। हुण बाल वड्डा हो रहा, जिवें अज जन्मदिन मनाया ना बच्ची का भाई गुरजंट सिंह ने, इस तरह समागम कर रखिया। संगतां कुछ ना कुछ लैके आईयां ने। किसी ने 2 कंगण सोने के भेंट कीते ने गोबिंद राय वास्ते। वो कंगण पहने ने पहन के बच्चों के नाल जिवें रोज खेडण जाते हैं। अज खेडण गए ने जोजी प्रीतम, खेडण गए ने बालां नाल खेडदियां कोई गंगा दे विच नदी च कोई रूड़ा मार रहा, पानी उछलदा बच्चों को चंगा लगता है, प्यारा लगता है, खेडते ने हसते ने। जोजी प्रीतम ने हाथ चों कंगण कढ़िया, बांह चों उन्हें कंगण भगा के सुट दिता। कंगण भगा के नदी च सुट दिता। जदों घर जाते ने माता हाथ देखते ने, एक हाथ सोना है, एक हाथ च सोने का कंगण बालक गोबरां दे जोजी प्रीतम के हाथ च है नहीं। पूछया माता ने, पुत्र आ कंगण 2 सी, आ सोने के कंगण 2 सी, एक कित्थे गया? माता मैं नदी च गिर दिता, गंगा च गिर दिता, गंगा पीठ चढ़ा दिता। कित्थे गिरिया पुत्र दस जल्दी। चलो आपां कढ लैंदे आ, डबोलची लै जांदे आ। तुहानूं पता किन्ना कीमती सी, किन्ना कीमती सी। जदों डबोलची ले ते गए उस जगह ते पहुंचे ने जिथे कंगण गिरिया सी। ध्यान दिओ जरा। जाके मां ने पूछया पुत्र किथे गिरिया? उस जगह ते खड़े हो गए ने। खड़े होकर जिहड़ा दूसरे हाथ च कंगण सी ना वो भी भगा के गंगा च सुट दिता। मां इत्थे गिरिया है, मां इत्थे गिरिया है। पुत्र तेनू पता किन्ना कीमती है? तू तो इस तरीके नाल घर उजाड़ देगा। मां दूसरिया के घर वसाण वास्ते अपना घर उजाड़ना ही पैंदा है। जो इन्नी गल की ना माता नूं वचन याद आ गया गुरु तेग बहादुर जी का, इस बाल का वचन ना टुकदे, वचन ना कटदे, मुंह ते हथ रख लिया। पुत्र होर ना अगे बोली, होर अगे ना बोली। अपना घर का उजाड़ना ही पैंदा, मुंह ते हथ रख दे। सब कुछ उजाड़न तो बाद ना खालसा जी हिंदुस्तान बच गया। सब कुछ उजाड़ दिता मेरे पास, हिंदुस्तान बच गया। उस तो बाद ना कोई उजाड़ा नहीं होया। जालम ते जुल्म दा
राज नहीं रहा, जालम ते जुल्म दा राज दीयां जड़ां पट्टियां गईयां। हिंदुस्तान च मुड़की कदे जड़ा नहीं पिया। मां दूसरिਆਂ ਦੇ ਘਰ ਵਸਾਉਣ ਵਾਸਤੇ ਆਪਣਾ ਘਰ ਉਜਾੜਨਾ ਹੀ ਪੈਂਦਾ। ਸਮਾਂ ਗੁਜ਼ਰਦਾ ਜਾ ਰਿਹਾ, ਉਂਗਲੀਆਂ ਦੇ ਵਿੱਚ ਖੇਲਦੇ ਨੇ ਵਾਹ। बड़ी जबरी तपी रूहां जहाँ तो परमेश्वर को पता होंदा है अवतार किथे अवतार कराया, अवतार किथे आ रहा, जां वो जप तप वालियां रूहां नूं पता होंदा जिहड़े जप तप करदियां ने। जप तप करन वालियां रूहां नूं पता होंदा परमेश्वर ने अवतार किथे धारण कर लिया। पीर भीखण शाह अल्लाह ताला की बंदगी करने वाला, असी तो अपने धर्म की वडियाई करनी ही करनी है, असी अपने गुरु की वडियाई करनी करनी है। दूसरे धर्म का करे, दूसरा करे तो वो वडियाई है। पीर भीखण शाह अल्लाह ताला की बंदगी करने वाला, उन्हें पता चल गया कि अल्लाह किथे आया है। अल्लाह ताला की बंदगी करता करता नवाज पढ़ी है ते सिजदा चढ़ते वाल कर रहा। मरीद पूछते ने की हो गया पीर जी, की होया? मरीद पूछते पीर जी की हो गया? तुसी अपने धर्म नूं भुल गए हो, अपने इष्ट नूं भुल गए हो, अपनी मर्यादा नूं भुल गए हो। तुहानूं पता साडे धर्म दे विच सिजदा लहंदे वाल हुंदा, तुसी अज चढ़ते वाल क्यों कर दिता? अग्यों जवाब की सी ਉਹ ਪੀਰ ਦਾ? ਕਹਿੰਦਾ ਜਿਹਨੂੰ ਮੈਂ ਸਾਰੀ ਉਮਰ ਲਹਿੰਦੇ ਵੱਲ ਲੱਭਦਾ ਰਿਹਾ ਹਾਂ, ਲਹਿੰਦੇ ਵੱਲ ਤੱਕਦਾ ਰਿਹਾ, ਉਹਦਾ ਅੱਜ ਪ੍ਰਕਾਸ਼ ਚੜ੍ਹਦੇ ਵੱਲ ਉੱਠਣੇ ਦੀ ਧਰਤੀ ਤੇ ਹੋ ਗਿਆ। ਚਲੋ ਚਲੋ ਦਰਸ਼ਨ ਕਰੀਏ। ਚਲੋ ਮਰੀਦਾਂ ਨੂੰ ਕਹਿੰਦੇ ਚਲੋ ਚਲੋ ਦਰਸ਼ਨ ਕਰੀਏ। ਮਰੀਦਾਂ ਨੂੰ ਲੈ ਕੇ ਤੁਰ ਪਏ ਨੇ। ਪੈਂਡਾ ਰਸਤਾ, ਪੈਦਲ ਰਸਤਾ, ਸਮਾਂ ਲੱਗ ਗਿਆ। ਜਦੋਂ ਪਹੁੰਚਦੇ ਨੇ ਪਟਨੇ ਦੀ ਧਰਤੀ, ਉਹ ਸਾਲਸਰਾ ਜੋਰੀ ਦੀ ਹਵੇਲੀ ਜਿੱਥੇ ਬਾਲ ਗੋਬਿੰਦ ਰਾਏ ਨੇ ਪ੍ਰਕਾਸ਼ ਧਾਰਨ ਕੀਤਾ ਤੇ ਜਾ ਕੇ ਗਿਆ ਤੇ ਅੱਗੇ ਮਾਮਾ ਕਿਰਪਾਲ ਦਾਸ ਜੀ ਮਿਲਦੇ ਨੇ। ਕਿਰਪਾਲ ਦਾਸ ਜੀ ਮਾਮੇ ਨੂੰ ਬੇਨਤੀ ਕੀਤੀ ਕਿ ਮੈਂ ਨਾ ਉਸ ਤੁਹਾਡੇ ਕਰਨਾ ਖੁਦਾ ਆਇਆ ਉਹਦੇ ਦਰਸ਼ਨ ਕਰਨੇ, ਤੁਹਾਡੇ ਘਰ ਖੁਦਾ ਆਇਆ ਮੈਂ ਉਹਦੇ ਦਰਸ਼ਨ ਕਰਨੇ ਨੇ। ਕਹਿੰਦੇ ਅਸੀਂ ਆਗਿਆ ਲੈ ਲਈਏ। अगे माता गुजरी ने जाके किया कि कोई पीर आया है, कोई बशीर है, वो कहता अल्लाह दे मैं दर्शन करने ने। माता गुजरी कहते पिता जी घर नहीं, गुरु तेग बहादुर जी घर नहीं, समा बड़ा नाजुक चलता पिया, उन्होंने कहा दर्शन नहीं हो सकते। जवाब दे दिता जो जवाब दिता वो पीर एवं नहीं सी, वो भेजी हुई रूह सी, वो त्याग वाली रूह सी। उन्हें आसन उत्थे ला ले गली च, गली ते बैठ गया आसन ला के, ना कुछ खाता ते ना पींदा है, ना कुछ पढ़ता है ते ना कुछ बोलता है। नाल मुरीद कह रहे ने पीर जी पहली गलती तुसी कड़ाम पिंड विच कीती पेवे, दूसरी गलती तुसी इत्थे कर रहे हो। वो कहता किहड़ी गलती? कहते तुसी नमाज नहीं पढ़ रहे, 5 नमाज़ां पढ़नियां होंदियां ने, जिद्दां दे तुसी आए हो उत्थे कोई नमाज नहीं पढ़ी, कोई सिजदा नहीं कीता। वो कहते नमाज पढ़ी दी आ, सिजदा करीदा परमेश्वर नूं मिलण वास्ते। मैं परमेश्वर दे दर ते बैठा हां, अज मैं दर्शन करके जाऊंगा, नहीं तो मर के जाऊंगा। दर्शन करके जाऊंगा, नहीं ना मर के जाऊंगा।
ਇਹ ਲੋਕ ਤਾਂ ਮੈਨੂੰ ਜਾਣਦੇ ਨਹੀਂ, ਤੁਸੀਂ ਤਾਂ ਜਾਣਦੇ ਹੋ, ਤੁਸੀਂ ਤਾਂ ਜਾਣਦੇ ਹੋ ਮੈਨੂੰ, ਦਰਸ਼ਨ ਕਰੋ। ਭੁੱਖਾ ਪਾਣਾ ਹੈ, ਕੁਛ ਖਾਂਦਾ ਨਹੀਂ, ਕੁਝ ਪੀਂਦਾ ਨਹੀਂ, ਡੇਰਾ ਲਾ ਲਿਆ, ਬੇਰਤੀਆਂ ਮਨ ਲੋਚਦਾ, ਮਨ ਲੋਚੇ ਗੁਰੂ ਦਰਸ਼ਨ ਤਾਈ, ਬਿਲਬ ਕਰੇ ਜਾਤਰ ਕੀ ਨਹੀਂ, ਤ੍ਰਿਖਣਾ ਨਾ ਉਤਰੇ, ਸਾਥ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਦਰਸ਼ਨ ਸੰਤ ਪਿਆਰੇ ਜੀ, ਪਿਆਰੇ ਜੀ ਸੱਚੇ ਪਾਤਸ਼ਾਹ ਤੇਰੇ ਪਿਆਰ, ਤੇਰੇ ਦਰਸ਼ਨਾਂ ਬਗੈਰ ਮੈਂ ਬਚ ਨਹੀਂ ਸਕਦਾ। ਦਰਸ਼ਨ ਦਿਓ, ਬਾਹਰ ਖੋਲ ਕੇ ਦਰਸ਼ਨ ਦਿਓ, ਤੁਸੀਂ ਤਾਂ ਜਾਣਦੇ ਹੋ, ਇਹ ਲੋਕ ਨਹੀਂ ਮੈਨੂੰ ਜਾਣਦੇ। ਬੇਨਤੀਆਂ ਦੋ ਜੜੀਆਂ ਸਤਿਗੁਰ ਸੱਚੇ ਪਾਤਸ਼ਾਹ ਮੇਰਾ ਮਨ ਲੋਚਰਿਆ ਤੇਰੇ ਦਰਸ਼ਨਾਂ ਨੂੰ, ਅੱਖੀਆਂ ਤਰਸ ਰਹੀਆਂ ਨੇ, ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰੇ ਆਦਦਾਰਿਆਂ ਤਿੰਨਾਂ ਦੀ ਕਮਾਈ ਦਾ ਰੋਜ਼ ਪਹਿਲੇ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਰੋਜ਼ ਆਪਾਂ ਅਰਦਾਸ ਕਰਦੇ ਆ, ਹੱਟੀ ਜੱਫੀ ਤੱਪੀ ਸੀ, ਹੱਟ ਤੱਪ ਵਾਲਾ ਸੀ, ਜਪ ਤੱਪ ਵਾਲਾ ਸੀ, ਬੈਠਾ ਹੁਣ ਚੌਂਕੜਾ ਲਾਇਆ, ਭੁੱਖਾ ਪਾਣਾ ਬੈਠਾ, ਸਮਾਂ ਬੀਤਦਾ ਜਾ ਰਿਹਾ ਹੈ। ਇੱਕ ਦਿਨ ਮਾਮਾ ਕਿਰਪਾਲ ਦਾਸ ਜੀ ਨੇ ਜਾ ਕੇ ਮਾਤਾ ਗੁਜਰ ਕੌਰ ਨੂੰ ਕਿਹਾ, ਉਹ ਭੁੱਖਾ ਬੈਠਾ, ਕੁਝ ਖਾਂਦਾ ਨਹੀਂ, ਕੁਝ ਪੀਂਦਾ ਨਹੀਂ, ਮਰਨ ਤੇ ਬੈਠਾ ਹੈ, ਮਰ ਜਾਏਗਾ, ਆਪਾਂ ਨੂੰ ਪਾਪ ਲੱਗੇਗਾ, ਆਪਣੇ ਸਿਰ ਲੱਗ ਜਾਏਗਾ। ਫਿਰ ਮਾਤਾ ਗੁਜਰ ਕੌਰ ਨੇ ਕਿਹਾ, ਕਰਾ ਦੋ ਦਰਸ਼ਨ। ਅੰਦਰੋਂ ਤਾਰਾਂ ਖੜਕ ਪਈ, ਅੰਦਰੋਂ ਕਨੈਕਸ਼ਨ ਮਿਲ ਗਿਆ, ਅੰਦਰੋਂ ਕਨੈਕਸ਼ਨ ਮਿਲਿਆ ਤੇ ਆਗਿਆ ਮਿਲ ਗਈ ਦਰਸ਼ਨ ਦੀ। ਹੁਣ ਦਰਸ਼ਨ ਕਰਨ ਲੱਗਿਆ, ਜਦੋਂ ਦਰਸ਼ਨ ਕਰਨੇ ਨੇ ਮਾਲਕ ਗੋਬਿੰਦ ਰਾਏ ਜੀਆਂ ਨੂੰ, ਪ੍ਰੀਤਮ ਬਾਲਾ ਪ੍ਰੀਤਮ ਜੀਆਂ ਨੂੰ ਸੋਹਣੇ ਇੱਕ ਸੁੰਦਰ ਪੁਸ਼ਾਕੇ ਤੇ ਭੇਟ ਕੇ ਲਿਆਉਂਦੇ। ਮਨ ਵਿੱਚ ਇੱਕ ਹੋਰ ਖਿਆਲ ਆ ਗਿਆ, ਪੀਰ ਭੀਖਣ ਸਾਹਿਬ ਦੇ, ਇਹ ਪੀਰ ਜਿਹੜਾ ਹੈ ਇਹ ਹਿੰਦੂਆਂ ਦਾ ਇੱਕ ਮੁਸਲਮਾਨਾਂ ਦਾ, ਮਨ ਦਾ ਪੁਰਨਾ ਸੀ, ਮਨ ਦਾ ਖਿਆਲ ਸੀ। ਚਲੋ ਦੇਖ ਲੈਂਦੇ। ਮੋਨੋ ਮੋਨੀ ਦੋ ਕੁੜੀਆਂ ਲੈ ਲਈ, ਦੋਨਾਂ ਕੁੜੀਆਂ 'ਚ ਇੱਕ 'ਚ ਦੁੱਧ ਪਾ ਲਿਆ, ਇੱਕ 'ਚ ਪਾਣੀ ਪਾ ਲਿਆ। ਮਨ ਦਾ ਫੁਰਨਾ ਹੈ, ਮਨ ਦਾ ਖਿਆਲ ਹੈ, ਅੰਦਰ ਦੀ ਬਾਤ ਹੈ, ਉਹ ਅੰਦਰ ਫੁਰਨਾ ਹੈ, ਫੁਰਨਾ ਅੰਦਰ ਦਾ ਜਾਣ ਵਾਲਾ ਵੀ ਜਾਣਦਾ ਪਿਆ, ਜਾਣਨ ਵਾਲਾ ਵੀ ਜਾਣ ਰਿਹਾ, ਅੰਦਰ ਫੁਰਨਾ ਬਣਾਉਣ ਵਾਲਾ ਫੁਰਨਾ ਬਣਾ ਰਿਹਾ, ਜਾਣਨ ਵਾਲਾ ਫੁਰਨਾ ਜਾਣ ਰਿਹਾ। ਜਿਹਨੇ ਜਵਾਬ ਦੇਣਾ ਹੈ, ਜਿਹਨੇ ਸਵਾਲ ਦਾ ਜਵਾਬ ਦੇਣਾ, ਉਹ ਵੀ ਜਾਣ ਰਿਹਾ। ਸਵਾਲ ਕਰਨ ਵਾਲਾ ਸਵਾਲ ਕਰ ਰਿਹਾ, ਅੰਦਰੋਂ ਕੋਈ ਬੋਲ ਕੇ ਨਹੀਂ,
कोई बोल के नहीं सवाल किया, अंदर का सवाल है, अंदर की बात है, अंदर की गल है, अंदर का फुरना है, अंदर का ख्याल है कि देखना ये पीर हिंदुओं का या मुसलमानों का कुजिया ले मिली जो बल पूरे दर्शन किए अंदर सच्चा न्यू लाया तुम अपने तन मन होए निहाल जा गुर दिखा सामने सामने मन का निहाल हो दर्शन करके तन मन दर्शन करके प्रीतमा तेरा तन मन ठंडा हो गया तन मन होए निहाल जा गुर देखा सामने दर्शन कीते दुदारे कीते नमस्कार कीते ते हुण ओ सवाल सी देना अंदर दा फरमा सी देना अंदर जेड़ा भरम सी भरम भी तोड़ना हुण गुरु ने अंदर दा भरम सी जेड़ा कुजियां दोए अगे कर दित्तियां वाला प्रीतम दे अगे दो कुजियां कीतियां ने छोटे छोटे हाथ ने ते दोनों हाथ एक एक कुजी ते रख दिता एक कुजी ते एक हाथ रख दिता सिद्ध कर दिता कि सारे दा साझा गुरु है सारे दा साझा गुरु है पैरां नाल दोए कुजियां भन दित्तियां कहंदे जेड़े कुजियां ते बंदे ने धर्मां च बंधे हुए ने जेड़े कुजियां च बंद ने असी सारे कढ़ देने सारे कढ़ देने ने भरम सारे दूर कर देने ने दर्शन कीते उसी शहर च रहने वाला एक पंडित सिद्ध जेड़ा राम दा आशिक है राम दा पुजारी है राम की पूजा करने वाला उन्होंने जो पता लगे इस गल का तो वह भी समाधि तलीन उम्र वड्डी वड्डी है अखां दी पाखड़ां दे बाल वध वध के अखां भी रुक गई ते एडी उम्र हो गई ते साधना बहुत सी नदी के किनारे बैठ के जप तप करना ते जदों पता लग्या ते उन्हें भी ध्यान धर के कहा जी है खुदा ए राम तू आया ते तू सारा साझा रब रैबर आया ते पीर नूं दर्शन दिते ने ते मनु भी राम दे रूप च दर्शन दे मनु भी राम दे रूप च दर्शन दे ओ मेरा चोजी प्रीतम बाला प्रीतम हुण उत्थे भी पहुंच जाता है शिवदत्त जी दे कोल जाके सिद्धा ते नेत्र बंद ने पिछों जाके दोनों हाथों नाल कोमल हाथों नाल अखां बंद कर लईआं वो अंदरों बेनतियां करता है अंदरों बेनती की है दर्शन दे दो जी राम बन के
ਦਰਾਇਆ ਦੀ ਉਮਰ ਥੋੜੀ ਹੈ। ਹੁਣ ਨੇਤਰ ਬੰਦ ਕਰਨ ਲਿਆ, ਨੇਤਰ ਬੰਦ ਕੀਤੇ, ਫਿਰ ਕਿਹਾ ਅੱਖਾਂ ਖੋਲੋ। ਪੰਡਿਤ ਜੀ ਨੇਤਰ ਖੋਲੋ। ਜਦੋਂ ਨੇਤਰ ਖੋਲੇ ਨਾ, ਸਾਹਮਣੇ ਕੀ ਨਜ਼ਰ ਆਇਆ? ਰਾਮ ਦੇ ਰੂਪ ਚ ਬਾਲ ਘੂਮ ਰਹੇ ਜੀ ਖੜੇ ਨੇ। ਭਗਵਾਨ ਰਾਮ ਦੇ ਰੂਪ ਵਿੱਚ ਪਰਮੇਸ਼ਵਰ ਰੂਪ ਹੋ ਕੇ ਖੜੇ ਨੇ। ਸਿਰ ਝੁਕ ਗਿਆ, ਨਮਸਕਾਰ ਕਰ ਦਿੱਤੇ, ਸੀਸ ਝੁਕਾ ਦਿੱਤਾ। ਉਮਰ ਥੋੜੀ ਹੈ, ਪੰਡਿਤ ਦੀ ਉਮਰ ਵਡੇਰੀ ਹੈ। ਕੋਈ ਉਹ ਬੱਚਿਆਂ ਨੂੰ ਚੁੱਪ ਕਰਾ ਕੇ ਬਾਹਰ ਕਿਉਂ? ਕੋਈ ਰਾਮ ਕਹਿ ਰਿਹਾ, ਕੋਈ ਖੁਦਾ ਕਹਿ ਰਿਹਾ, ਕੋਈ ਕਹਿੰਦਾ ਖੁਦਾ ਦੇ ਦਰਸ਼ਨ ਕਰਨੇ ਨੇ, ਕੋਈ ਕਹਿੰਦਾ ਰਾਮ ਦੇ ਦਰਸ਼ਨ ਕਰਨੇ ਨੇ। ਕੋਈ ਰਾਮ ਕਹਿ ਕੇ ਬੁਲਾ ਰਿਹਾ, ਕੋਈ ਖੁਦਾ ਕਹਿ ਕੇ ਵਾਜਾਂ ਮਾਰਦਾ। ਕੋਈ ਰਾਮ ਕਹਿ ਕੇ, ਕੋਈ ਖੁਦਾ ਕਹਿ ਕੇ ਵਾਜਾਂ ਮਾਰ ਰਿਹਾ। ਕੋਈ ਕਹਿ ਕੇ ਖੁਦਾ ਵਾਜਾਂ ਮਾਰਦਾ, ਕੋਈ ਤੈਨੂੰ ਰਾਮ ਸਭ ਇੱਕੋ ਹੀ ਹੈ ਭਾਈ, ਸਭ ਇੱਕੋ ਹੀ ਹੈ, ਸਭ ਤੇ ਉਹਦਾ ਹੀ ਵਸਾ ਹੈ, ਸਭ ਦੇ ਵਿੱਚ ਉਹੀ ਵਸਿਆ ਹੋਇਆ ਹੈ। ਇਹ ਜੋਜ ਨੇ ਪਟਨੇ ਦੀ ਧਰਤੀ ਤੇ, ਇਹ ਖੇਡਾਂ ਨੇ ਪਟਨੇ ਦੀ ਧਰਤੀ ਦੀਆਂ, ਬਾਲ ਵਸਤਾਂ ਦੀਆਂ ਖੇਡਾਂ ਨੇ, ਜੋਜ ਨੇ, ਚੋਜੀ ਪ੍ਰੀਤਮ ਦੇ ਇਹ ਜੋਜ ਨੇ। ਸਮਾਂ ਹੋ ਗਿਆ, ਥੋੜਾ ਰਹਿ ਗਿਆ, ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦੀ। ਉਸੇ ਪਟਨੇ ਦੇ ਵਿੱਚ ਰਹਿਣ ਵਾਲਾ ਰਾਜਾ ਫਤਿਹ ਚੰਦ ਨੇ, ਰਾਜਾ ਫਤਿਹ ਚੰਦ
मैं नहीं, जिहदे घर औलाद नहीं है। राणी मैरन ते फतेह चंद राजा दोने पंडित शिरकत को जाते हैं, वस्तुआं लेके, वस्त्र लैके, भेटा लैके जाके भेटा करके नमस्कार करके किया, पंडित जी कृपा करो साढ़े तो औलाद नहीं है, आप जी राम दे आशिक हो, कृपा कर दो, साडी बेनती कर दो, साडी जोजड़ी कर दो, साडी अरदास कर दो। शेख पंडित जी कहने लगे, राजा मैं ठाकरां की पूजा छड़ दी, साथ साथ मैं राम दे दर्शन कर रही हूँ, जिहदे दर्शन मैं करदा ना ते उहदे दर्शन तुसीं भी कर लो, जो मंगो कि सब इच्छा पूरियां हो जाएंगियां। इच्छा पूर्ण सब सुधरा जाके बस है तो ऐसा हर तैये तेरे जिये ने तो सब सुख पावे, मेरे गुनाह में ध्यान शुरू कर दो, जान की लोड़ नहीं। हम सिद्धा जी कह रहे जान की लोड़ नहीं, घर बैठ के ध्यान शुरू कर दो, थोड़े को आप चल के आ जाएंगे। हुण राजा राणी की खुशी की हद ना रही, शिवदास जी बोल ने बचन ने ते आके हुण घर रात रात जुड़ जाती है, रोज चौकड़ा मारती है उस बालक का ध्यान करती है। बाल गोविंद राय जी का ध्यान करके याद करती है, साढ़े घर भी आओ, साढ़े घर में भी भाग लाओ, साड़ियाँ भी इच्छा पूरियां करो, रोज दियां बेनतियां। एक दिन जोजी प्रीतम वाला प्रीतम हुण उत्थे चले जाते हैं जिथे मैडम राणी का घर है, जिथे चौकड़ा लग्या हुआ, रखना हो रही है, याद किया जा रहा है वो कारस्तान जिथे बाल लीला गुरुद्वारा बनया हुआ है। आप जी जाते पटने दर्शन करने बाल लीला गुरुद्वारा, जिहड़ा तख्त श्री हरमंदर जी पटना साहब है, वो जोहरी का घर है, सालसराय जोहरी का घर है, जिथे प्रकाश धारण किया। आज उत्थे जाते ने राणी के घर। हुण बालक गोविंद राय जी चोज कर रहे हैं, जाके राणी की गोद च बैठ जाते हैं, कहते ने मां अखां खोल, राजा भाई समाप्ति होने वाली, कहते अखां खोल। जो अखां खोलिया की देखिया, बाला प्रीतम गोद च बैठे ने, जिन्हें मां कह दिता, मां अखां खोल, देव कौन आया है? जो देखा बाला प्रीतम गोद च बैठे ने। मां याद करती सी, मैं याद करती सी कि तेरे वर्गा पुत्र मेरे घर में होना चाहिए, तेरे वर्गा पुत्र मेरे घर में होना चाहिए। मां मेरे वर्गा तो मैं ही है, मैं ही तेरा पुत्र, मैं ही तेरा पुत्र। राणी की खुशी की हद ना रही, वो मेरा लाल बन गया जी, वो गोविंद राय बाला प्रीतम जी जिहदी धूड़ी नूं जद्दी सती जी लोच रहे, अज मेरा लाल बन गया। जिहदी धूड़ी नूं जद्दी सती लोच दे, अज मेरा लाल हो गया।
ਜਦੋਂ ਮਾਂ ਯਾਦ ਕਰੇਗੀ ਮੈਂ ਤੈਨੂੰ ਭੁਲਾ ਦਿਆ ਕਰਾਂਗਾ, ਮੈਂ ਤੇਰੇ ਕੋਲ ਪਹੁੰਚ ਜਾਇਆ ਕਰਾਂਗਾ। ਸਮਾਂ ਆਪਣੀ ਰਫਤਾਰ ਚੱਲ ਰਿਹਾ। ਇੱਕ ਦਿਨ ਮੈਨੂੰ ਰਾਣੀ ਨੇ ਛੋਲੇ ਪੂੜੀਆਂ ਤਿਆਰ ਕੀਤੇ ਨੇ, ਘਰ 'ਚ ਇਜਾਜ਼ਤ ਕੀਤਾ ਬਾਲਾ ਪ੍ਰੀਤਮ ਨੂੰ ਵੀ ਆ ਕੇ ਉਹ ਵੀ ਛਕ ਲੈਣ। ਹੁਣ ਬਾਲਾ ਨਾਲ ਖੇਡਦੇ ਖੇਡਦੇ ਆ ਗਏ ਨੇ। ਸਵੇਰੇ ਨਾਸ਼ਤੇ 'ਚ ਪੂੜੀਆਂ ਛੋਲੇ ਤਿਆਰ ਹੋਏ ਸੀ। ਆਪਾਂ ਵੀ ਕਰਨੇ ਪਰਸੋਂ ਨੂੰ, ਧਿਆਨ ਦਿਓ ਜਰਾ, ਮੈਨੂੰ ਯਾਦ ਆ ਗਿਆ। ਮੇਰਾ ਹੀ ਮਨ ਕਰਨ ਲੱਗ ਪਿਆ ਛਕਣ ਨੂੰ। ਪਰਸੋਂ ਆਪਾਂ ਤਿਆਰ ਕਰਨੇ ਨੇ ਮਾਘੀ ਤੇ। ਮਾਘੀ ਦਾ ਲੰਗਰ ਆ ਗਿਆ 14 ਤਰੀਕ ਨੂੰ। 13 ਦੀ ਲੋਹੜੀ ਹੈ, 14 ਦਾ ਮਾਘੀ ਦਾ ਲੰਗਰ ਹੈ ਬਿੰਦਰਖ। ਉਹ ਬਿੰਦਰਖ ਦੀ ਧਰਤੀ ਜਿੱਥੇ ਬਾਬਾ ਅਮਰਨਾਥ ਨੇ ਤਪ ਕੀਤਾ, ਉਹ ਬਿੰਦਰਖ ਦੀ ਧਰਤੀ ਇੱਥੇ ਕਲਗੀਧਰ ਪਾਤਸ਼ਾਹ ਦੇ ਚਰਨ ਪਏ ਨੇ। ਐਡਾ ਜਪ ਤਪ, ਐਡੀ ਖਿੱਚ। ਜਦੋਂ ਭਗਾਣੀ ਦਾ ਯੁੱਧ ਜੰਗ ਜਿੱਤ ਕੇ ਆਏ ਨੇ, ਜਿੱਤਿਆ, ਉਦੋਂ ਫਿਰ ਆਉਂਦੇ ਨੇ ਅਨੰਦਪੁਰ ਸਾਹਿਬ ਨੂੰ, ਖਿਦਰਾਬਾਦ। ਉੱਥੇ ਵੀ ਯੁੱਧ ਹੋ ਜਾਂਦਾ ਹੈ, ਜੰਗ ਹੁੰਦੀ, ਉੱਥੇ ਸਿੰਘ ਕਈ ਸ਼ਹੀਦ ਹੋ ਜਾਂਦੇ ਨੇ, ਕਈ ਸਥਾਨ ਬਣੇ ਨੇ ਉੱਥੇ ਖਿਦਰਾਬਾਦ ਟੱਪਦੇ ਬਿੰਦਰਖ ਬੀਆਬਾਨ ਸੀ, ਜੰਗਲ ਸੀ, ਜੰਗਲ ਦਾ ਰਸਤਾ ਸੀ। ਉੱਥੇ ਉਹ ਬੈਠਾ ਸਾਧੂ ਅਮਰਨਾਥ ਤਪ ਕਰ ਰਿਹਾ, ਧੂਣਾ ਲਾਇਆ ਹੋਇਆ, ਧੂਣੇ ਤੇ ਜਪ ਤਪ ਕਰ ਰਿਹਾ। ਧਿਆਨ ਦਿਓ ਜਰਾ, ਮੈਂ ਸਮਾਪਤੀ ਕਰਨ ਲੱਗਿਆ। ਜਪ ਤਪ ਕਰਦੇ ਆ ਐਸੀ ਖਿੱਚ ਪਈ, ਕਲਗੀਧਰ ਪਾਤਸ਼ਾਹ ਉੱਥੇ ਪਹੁੰਚਦੇ ਨੇ। ਥੋੜਾ ਸਮਾਂ ਰੁਕਦੇ ਨੇ। ਥੋੜਾ ਸਮਾਂ ਰੁਕਣ ਤੋਂ ਬਾਅਦ ਸਮਾਧੀ ਲੀਨ ਨੇ। ਸਿੰਘਾਂ ਨੂੰ ਪਾਤਸ਼ਾਹ ਕਹਿੰਦੇ ਚਲੋ ਚੱਲੀਏ। ਪਤਾ ਨਹੀਂ ਕਦੋਂ ਸਮਾਧੀ ਖੁੱਲੇਗੀ, ਕਦੋਂ ਸਮਾਧੀ ਖੁੱਲੇਗੀ, ਚਲੋ ਚੱਲੀਏ। ਫਿਰ ਉਹ ਬੋਲਿਆ ਬਾਬਾ ਅਮਰਨਾਥ ਜੀ ਕਹਿੰਦੇ ਬਿੰਦ ਕਰੋ ਕੁਝੋ, ਬਿੰਦ ਰੁਕ ਜੋ, ਬਿੰਦ ਘੜੀ ਜਿਹਨੂੰ ਆਪਾਂ ਕਹਿੰਦੇ ਆ ਬਿੰਦ ਰਖ ਤਾਂ ਹੀ ਪਿਆ ਨਾ, ਬਿੰਦ ਰੁਕ ਜੋ। ਬੋਲ ਪਿਆ ਸਾਧੂ, ਬੋਲੇ ਸਹਿ ਸੁਆਏ। ਸਾਧੂ ਬੋਲਿਆ ਰੁਕ ਗਏ। ਪਾਤਸ਼ਾਹ ਪੁੱਛਦੇ ਨੇ ਸਵਾਮੀ ਜੀ ਕੀ ਚਾਹੀਦਾ, ਮੰਗ ਲਓ, ਅੱਜ ਕੀ ਮੰਗਣਾ ਹੈ। ਅੱਗੇ ਉਸ ਸਾਧੂ ਨੇ ਹੱਥ ਜੋੜ ਕੇ ਕਿਹਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਆਪ ਜੀਆਂ ਦੇ ਚਰਨ ਪੈ ਗਏ ਨੇ, ਆਪ ਜੀਆਂ ਦੇ ਦਰਸ਼ਨ ਹੋ ਗਏ ਨੇ। ਇਹ ਸਥਾਨ ਆਪ ਜੀ ਦਾ ਹੋ ਗਿਆ, ਇਹ ਸਥਾਨ ਆਪ ਜੀ ਦਾ ਹੈ। ਬਸ ਇਹੀ ਕੋਈ ਇੱਕ ਮੰਗ ਹੈ, ਕੋਈ ਵੀ ਦੁਖੀਆ ਆ ਜਾਏ, ਕੋਈ ਵੀ ਦੁਖੀਆ ਆ ਜਾਏ, ਉਹਦੇ ਦੁੱਖ ਟੁੱਟ ਜਾਣ, ਉਹਦੇ ਦੁੱਖ ਟੁੱਟ ਜਾਣ। ਜੋ ਵੀ ਕੋਈ ਇੱਥੋਂ ਮੰਗਣ ਆਵੇ ਦੀ ਝੋਲੀਆਂ ਭਰ ਜਾਣ, ਉਹਨੂੰ ਖੁਸ਼ੀਆਂ ਮਿਲ ਜਾਣ। ਆਹੀ ਮੰਗ, ਆਪਣੇ ਵਾਸਤੇ ਕੁਝ ਨਹੀਂ ਮੰਗਦੇ ਸਾਧੂ, ਆਪਣੇ ਵਾਸਤੇ ਕੁਝ ਨਹੀਂ ਮੰਗਦੇ ਨਹੀਂ। ਸਾਧੂਆਂ ਕੋਲ ਆਪਣੀਆਂ ਤਾਕਤਾਂ ਵੀ ਨਹੀਂ ਹੁੰਦੀਆਂ, ਸਾਧੂ ਕੋਲ ਆਪਣੀ ਕੋਈ ਪਾਵਰ ਨਹੀਂ ਹੁੰਦੀ, ਸਾਧੂ ਕੋਲ ਆਪਣੀ ਕੋਈ ਤਾਕਤ ਨਹੀਂ ਹੁੰਦੀ, ਤੇ ਤਾਕਤਾਂ ਸਾਰੀਆਂ ਉਹਦੀਆਂ ਵਰਤੀਆਂ। ਉਹ ਸਾਧੂ ਜਿਹਦੀ ਸੇਵਾ ਕੀਤੀ ਬਾਬਾ ਬਚਨ ਸਿੰਘ ਜੀ, ਮਿੱਤਰ ਕਟੌਰ ਵਾਲੇ ਭਗਤ ਜੀ, ਜਿਹੜਾ ਭਗਤ ਜੀ ਕਰਕੇ ਸੰਗਤਾਂ ਜਾਣਦੀਆਂ, ਕਿਸੇ ਨੂੰ ਨਾਂ ਨਹੀਂ ਪਤਾ ਉਹਨਾਂ ਦਾ, ਜਿਹੜਾ ਬਹੁਤ ਲੰਬਾ ਸਮਾਂ 100 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੁਣ ਉਮਰ ਦਾ। ਜਦੋਂ ਦਾਸਾਂ ਨਾਲ ਮਿਲਾਪ ਹੋਇਆ ਤੇ ਉੱਥੇ ਸਾਰੇ ਦਿਨ ਬੈਠ ਕੇ ਧੂਣੇ ਤੇ ਉਹਨਾਂ ਸੰਗਤਾਂ ਨੂੰ ਮਿਲਣਾ ਤੇ ਸੰਗਤਾਂ ਨੂੰ ਜੁਗਤੀਆਂ ਦੱਸ ਦੇਣੀਆਂ, ਰਸਤੇ ਦੱਸ ਦੇਣੇ, ਰੁਕਿਆ ਮਾਰਗ ਦੱਸ ਦੇਣਾ, ਰਸਤਾ ਖੋਲ ਦੇਣਾ, ਮਾਰਗ ਖੋਲ ਦੇਣਾ। ਦਾਸਾਂ ਨੇ ਬੜਾ ਨਜ਼ਦੀਕ ਹੋ ਕੇ ਦੇਖਿਆ, ਸਾਨੂੰ ਉਹਨਾਂ ਚੁਣਿਆ। ਉਹਨਾਂ ਨੇ ਇਹ ਗੱਲ ਕਹੀ ਸੀ, ਖਾਲਸਾ ਜੀ ਸਾਰੀ ਦੁਨੀਆ ਘੁੰਮ ਲਈ, ਬਿਰਧ ਹੋ ਗਏ ਆ, ਖੁਣੀ ਫੜ ਤੁਰੇ ਫਿਰਦੇ ਆ, ਕੋਈ ਅੱਜ ਤੱਕ ਕੋਈ ਮਿਲਿਆ ਹੀ ਨਹੀਂ, ਕੋਈ ਅੱਜ ਤੱਕ ਮਿਲਿਆ ਨਹੀਂ। ਤੁਸੀਂ ਮਿਲ ਗਏ ਹੋ ਚਮਕੌਰ ਸਾਹਿਬ ਦੀ ਧਰਤੀ ਤੇ, ਆ ਸਾਰੀਆਂ ਪਾਵਰਾਂ ਤੁਹਾਡੇ ਕੋਲ ਨੇ। ਸੰਗਤਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ, ਭਾਈ ਅੱਜ ਤੋਂ ਬਾਅਦ ਮੇਰਾ ਸਰੂਪ ਖਾਲਸਾ ਜੀ ਦਾ, ਅੱਜ ਤੋਂ ਬਾਅਦ ਮੇਰਾ ਸਰੂਪ ਜਿਹੜਾ ਨਾ ਖਾਲਸਾ ਜੀ ਦਾ, ਖਾਲਸਾ ਜੀ ਨੂੰ ਮਿਲ ਲੈਣਾ। ਸਮਾਂ
ਅਖੀਰ ਦਾ ਸੀ। ਸੰਗਤਾਂ ਨੇ ਕਹਿਣਾ ਮਹਾਂਪੁਰਸ਼ੋ ਸਾਡੇ ਘਰ ਚਲੋ, ਚਰਨ ਪਾਓ। ਉਹਨਾਂ ਨੇ ਕਹਿਣਾ ਖਾਲਸਾ ਜੀ ਨੂੰ ਪੁੱਛ ਲਓ, ਵਾਹਿਗੁਰੂ ਵਾਹਿਗੁਰੂ। ਜੇ ਆਗਿਆ ਹੋਈ ਤਾਂ ਜਾਵਾਂਗੇ, ਜੇ ਆਗਿਆ ਹੋਈ ਫਿਰ ਜਾਵਾਂਗੇ, ਪੁੱਛ ਲਵਾਂਗੇ। ਇੱਥੇ ਤੱਕ ਵਜਨ ਦੇ ਦਿੱਤਾ ਦਾਸਾਂ ਨੂੰ, ਕਹਿੰਦਾ ਜੇ ਤੁਸੀਂ ਦਿਨ ਨੂੰ ਕਹੋਗੇ ਰਾਤ ਆ, ਅਸੀਂ ਕਹਾਂਗੇ ਰਾਤ ਆ। ਜੇ ਤੁਸੀਂ ਰਾਤ ਨੂੰ ਦਿਨ, ਅਸੀਂ ਦਿਨ ਕਵਾਂਗੇ। ਮਹਾਂਪੁਰਸ਼ੇ ਤਾਂ ਮੈਂ ਕਹਿਣਾ ਹੈ। ਸਤਿ ਸ੍ਰੀ ਅਕਾਲ। ਇਹ ਤਾਂ ਮੇਰਾ ਫਰਜ਼ ਬਣਦਾ ਮਹਾਂਪੁਰਸ਼ੋ, ਮੈਂ ਕਹਾਂਗਾ। ਕਹਿੰਦੇ ਨਹੀਂ, ਤੁਹਾਡੀ ਸਾਡੀ ਨਿਭੂਗੀ ਤਾਂ ਜੇ ਤੁਸੀਂ ਵਚਨ ਮੰਨੋਗੇ। ਫਸਾਵਿਆ, ਜੇ ਤੁਸੀਂ ਵਚਨ ਮੰਨੋਗੇ, ਜੋ ਤੁਸੀਂ ਕਹੋਗੇ ਅਸੀਂ ਉਹ ਕਰਾਂਗੇ, ਕਰਦੇ ਰਹੇ। ਆਖਰੀ ਸਮੇਂ ਤੱਕ, ਸਰੀਰ ਛੱਡਣ ਤੱਕ ਜੋ ਵਚਨ ਕਰਨਾ ਉਹਨਾਂ ਨੇ ਕਰ ਦੇਣਾ, ਤੇ ਉਹਨਾਂ ਦੀਆਂ ਤਾਕਤਾਂ, ਉਹਨਾਂ ਦੀਆਂ ਪਾਵਰਾਂ ਕੰਮ ਕਰ ਰਹੀਆਂ ਨੇ। ਅੱਜ ਜਿਹੜਾ ਸਥਾਨ ਬਣਿਆ ਨਾ, ਉਹਨਾਂ ਦੀ ਕਿਰਪਾ ਨਾਲ। ਸੰਤ ਬਾਬਾ ਕਰਤਾਰ ਸਿੰਘ ਦੇ ਘਰੋਂ ਮੱਧ ਜਾਣੇ ਨੇ, ਪਹਿਲੇ ਵਚਨ ਕਰਦੇ ਤੁਹਾਡੇ ਕਾਰੋਬਾਰ ਛੁੱਟ ਜਾਣੇ ਨੇ, ਤੁਹਾਡੇ ਤੋਂ ਸੇਵਾ ਲੈਣੀ ਮਹਾਰਾਜ ਨੇ, ਤੇ ਤੁਹਾਨੂੰ ਇੱਕ ਜੱਟ ਸਾਧ ਮਿਲਣਗੇ, ਤੁਹਾਡੇ ਸਿਰ ਤੇ ਹੱਥ ਰੱਖਣਗੇ। ਕਿੱਡੇ ਕਿੱਡੇ ਵਚਨ ਸਾਧੂਆਂ ਨੇ। ਔਰ ਮਿਲੇ ਜਦੋਂ ਸਮਾਂ ਲੱਗਦਾ ਨਾ 20-25 ਸਾਲ ਦਾ, ਮੈਂ ਐਵੇਂ ਬਾਬਿਆਂ ਨੇ ਕਹਿ ਦਿੱਤਾ ਕੋਈ ਮਿਲਿਆ ਤਾਂ ਹੈ ਨਹੀਂ, ਕੋਈ ਮਿਲਿਆ ਤਾਂ ਹੈ ਨਹੀਂ। ਜਦੋਂ ਮਿਲੇ ਉਦੋਂ ਪਤਾ ਲੱਗਿਆ ਸਾਧੂ ਬੋਲੇ ਸਹਿ ਸਵਾਏ, ਸਾਧੂ ਬੋਲਿਆ ਭਾਵੇਂ ਚੰਦਰਮਾ ਨਾਸ ਹੋ ਜਾਵੇ, ਭਾਈ ਸਾਧੂਆਂ ਦਾ ਪੂਰ ਨਾ ਡਰੇ। ਜਿਹੜੀ ਨਵੀਂ ਸੰਗਤ ਆਈ ਆ ਉਹਨਾਂ ਵਾਸਤੇ ਮੈਂ ਦੱਸ ਦਿੰਦਾ, ਰੋਪੜ ਤੋਂ ਰੰਗੀਲਪੁਰ ਮੀਆਂ ਤੋਂ ਪਰਖਾਲੀ ਵਿੰਦਰ ਕਸਤਾਰ ਬੰਦਾ, ਜਿਹਦੇ ਕੋਲ ਆਪਣੀ ਸਾਧਨਾ ਤੇ ਪਹੁੰਚ ਜਾਇਓ।
ਬੱਸਾਂ ਸਪੈਸ਼ਲ ਲੱਗੀਆਂ ਹੁੰਦੀਆਂ ਨੇ, ਚੰਡੀਗੜ੍ਹ ਤੋਂ, ਰੋਪੜ ਤੋਂ, ਸਾਰੇ ਪਾਸਿਓਂ ਸਪੈਸ਼ਲ ਬੱਸਾਂ ਲੱਗੀਆਂ ਹੁੰਦੀਆਂ। ਸਾਧਨ ਪੂਰੇ ਹੁੰਦੇ ਨੇ ਜਾਣ ਆਉਣ ਦੇ। ਹਾਜ਼ਰੀ ਜ਼ਰੂਰ ਲਾਣੀ ਹੈ। ਜਿਹੜੀ ਪੁਰਾਣੀ ਸੰਗਤ ਉਹ ਤਾਂ ਸਾਰੀ ਜਾਂਦੀ, ਸਭ ਨੂੰ ਪਤਾ, ਸਾਰਾ ਦਿਨ ਗ੍ਰੰਥ ਸਭਾ ਚੱਲਦੀ ਹੈ। 23 ਨੂੰ ਸਾਰਾ ਢੋਲ ਢਵੱਈਆ ਸਮਾਨ ਪਹੁੰਚ ਜਾਣਾ ਹੈ। ਕੱਲ 13 ਤਰੀਕ ਨੂੰ ਸਮਾਨ ਸਾਰਾ ਪਹੁੰਚ ਜਾਣਾ ਹੈ। ਨੇੜੇ ਪਿੰਡਾਂ ਦੇ ਵੀ ਬੈਠੇ ਨੂੰ ਨਜ਼ਰ ਆ ਰਹੇ ਨੇ। ਵਿਦਰਖ ਦੇ ਨੇੜੇ ਪਿੰਡਾਂ ਵਾਲੇ ਪਹਿਲਾਂ ਪਹੁੰਚ ਜਾਓ ਭਾਈ, ਤੜਕੇ 14 ਨੂੰ ਤੜਕੇ ਪਹੁੰਚ ਜਾਇਓ। ਜੇ ਮੈਂ ਇਕੱਲੇ ਦਾ ਨਾਮ ਲੈਣ ਲੱਗਾ, ਬਹੁਤ ਬੈਠੇ ਨੇ, ਸਾਰੇ ਨੋਟ ਕਰ ਲਓ ਵੀ 14 ਤਰੀਕ ਨੂੰ ਜਿਹੜੇ ਨੇੜੇ ਵਾਲੇ ਆ ਹਲਵਾਈਆਂ ਕੋਲ ਪਹੁੰਚ ਜਾਇਆ ਭਾਈ। ਪਹਿਲਾਂ ਤਿਆਰ ਕਰਨਾ ਹੁੰਦਾ ਹੈ। ਪਹਿਲਾਂ ਸ਼ੁਰੂ 'ਚ ਸੇਵਾਦਾਰਾਂ ਨੂੰ ਜ਼ਿਆਦਾ ਲੋੜ ਹੁੰਦੀ ਹੈ, ਬਾਅਦ 'ਚ ਸੰਭਾਲਣ ਵਾਸਤੇ ਲੋੜ ਹੁੰਦੀ ਹੈ। ਕਿ ਜਦੋਂ ਸ਼ੁਰੂ ਹੁੰਦਾ ਲੰਗਰ, ਉਦੋਂ ਬਾਅਦ ਸੰਗਤ ਬਹੁਤ ਆ ਜਾਂਦੀ ਹੈ। ਸ਼ੁਰੂ 'ਚ ਤੇ ਅਖੀਰ ਵਿੱਚ ਸੇਵਾਦਾਰ ਵਿਹਲੇ ਰਹਿ ਜਾਂਦੇ ਨੇ, ਉਦੋਂ ਜ਼ਿਆਦਾ ਲੋੜ ਹੁੰਦੀ ਹੈ। ਸਾਰੇ ਹੀ ਪਹੁੰਚਿਓ, ਜਿਹਨੇ ਜੋ ਸੇਵਾ ਪਾਣੀ ਹੈ। ਘਿਓ ਰਿਫਾਇੰਡ ਲੈ ਆਓ, ਚਾਹੇ ਸਰੋਂ ਦਾ ਕੱਚੀ ਧਾਣੀ ਲੈ ਆਓ। ਕੁੜੀਆਂ ਵਾਸਤੇ ਇਹ ਚੀਜ਼ ਦੀ ਲੋੜ ਹੈ। ਆਟਾ ਵਾਧੂ ਹੈ, ਜਥੇਦਾਰ ਭਾਜੀ ਬੈਠੇ ਨੇ, ਬਹੁਤ ਇਕੱਠਾ ਕਰ ਲੈਂਦੇ ਨੇ। ਬਾਕੀ ਸਮਾਨ ਜਿਹੜਾ ਮਸਾਲੇ ਸਾਰੇ ਦੁਕਾਨਾਂ ਤੋਂ ਪਹੁੰਚ ਜਾਣੇ ਨੇ। ਤੇ ਜਿਹਦਾ ਜਿਹਦਾ ਵੀ ਮਨ ਸਰਦਾ ਬਣੀ ਪਈ, ਇੱਕ ਟੀਮ ਫੜੀ ਆ ਜਾਵੇ, ਮੁਕਣਾ ਹੀ ਨਹੀਂ। ਅੱਜ ਲੈ ਕੇ ਵੀ ਆਈ ਸੰਗਤ, ਹੁਣ ਅਰਦਾਸ ਹੋ ਜਾਣੀ ਇਹਨਾਂ ਦੀ ਸਾਰਿਆਂ ਦੀ। ਤੇ ਆਓ ਹੁਣ ਸਮਾਪਤੀ ਵੱਲ ਵਧੀਏ। ਹੁਣ ਪੂੜੀਆਂ ਛੋਲੇ ਤਿਆਰ ਹੋਏ ਨੇ। ਰਾਣੀ ਮੈਲਨ ਅੰਦਰੋਂ ਤੇਰੀ ਮਨੋਂ ਯਾਦ ਕਰਦੀ ਹੈ। ਚੌਜੀ ਪ੍ਰੀਤਮ, ਬਾਲਾ ਪ੍ਰੀਤਮ ਨੂੰ ਵੀ ਆ ਕੇ ਉਹ ਵੀ ਛਕ ਲੈਣ। ਸਾਰੇ ਪਰਿਵਾਰ ਨੇ ਛਕ ਲਿਆ ਤੇ ਉਹ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਲੈ ਕੇ ਪਹੁੰਚ ਜਾਂਦੇ ਨੇ। ਜਾ ਕੇ ਕਹਿੰਦੇ, ਮਾਂ ਅਸੀਂ ਪੂੜੀਆਂ ਛੋਲੇ ਛਕਣੇ ਨੇ, ਪਰ ਉਹ ਨਹੀਂ ਛਕਣੇ ਜਿਹੜੇ ਅਲਮਾਰੀ 'ਚ ਪਏ ਨੇ। ਬਾਸੇ ਨਹੀਂ ਛਕਣੇ, ਤਾਜ਼ੇ ਛਕਣੇ, ਤਾਜ਼ੇ ਤਿਆਰ ਕਰੋ, ਉਹ ਛਕਣੇ ਨੇ। ਤਿਆਰ ਹੋਏ ਪੂੜੀਆਂ ਛੋਲੇ ਤੇ ਪੰਗਤ ਲੱਗੀ ਨਾਲ। ਜਿਹੜੇ ਹਮ ਉਮਰ ਸੀ, ਦੋਸਤ ਕਹਿ ਲਓ, ਮਿੱਤਰ ਕਹਿ ਲਓ, ਜਿਹੜੇ ਨਾਲ ਖੇਡਿਆ ਕਰਦੇ ਸੀ ਪੰਗਤ 'ਚ, ਪੂੜੀਆਂ ਛੋਲੇ ਵਰਤਾਏ ਗਏ। ਆਓ ਆਪਾਂ ਹਾਜ਼ਰੀ ਭੁੱਲ ਗਏ ਸੀ, ਲਾ ਲਈਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਨਰੇਟਰ ਚਲਾਉਂਗੇ। ਵਾਹਿਗੁਰੂ 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 ਵਾਹਿਗੁਰੂ। ਸਾਰੇ ਲਾ ਹਾਜ਼ਰੀ ਭਾਈ, ਸਾਰੇ ਲਾ ਵਾਹਿ ਕੇ ਬੋਲੋ ਜਰਾ। ਵਾਹਿਗੁਰੂ 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 ਵਾਹਿ ਰੱਜ ਕੇ। ਵਾਹਿਗੁਰੂ 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 ਵਾਹਿਗੁਰੂ
ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਮਾਂ ਹੋ ਗਿਆ, 5 ਮਿੰਟ ਉੱਤੇ ਚਲੇ ਗਏ। ਆਓ ਸਮਾਪਤੀ ਕਰੀਏ। ਪੰਗਤ ਲੱਗੀ ਆ, ਪੂੜੀਆਂ ਛੋਲਿਆਂ ਦਾ ਪ੍ਰਸ਼ਾਦ ਵਰਤਿਆ ਹੈ ਤੇ ਜਿਹੜਾ ਹਜੇ ਤੱਕ ਵਰਤ ਰਿਹਾ ਹੈ, ਜਾਓ ਕਿਤੇ ਦਰਸ਼ਨ ਕਰਨ। ਸੱਚਖੰਡ ਪਟਨਾ ਸਾਹਿਬ ਬਾਲਾ ਪ੍ਰੀਤਮ ਦਾ ਜਿਹੜਾ ਸਥਾਨ ਹੈ, ਬਾਲ ਲੀਲਾ, ਇੱਥੇ ਬੜੀ ਵੱਡੀ ਲੀਲਾ, ਵੱਡੇ ਵੱਡੇ ਖੇਡੇ ਨੇ। ਉਸ ਸਥਾਨ ਤੇ ਹਜੇ ਵੀ ਛੋਲਿਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਸੁਣਾਓ, ਨਾਸਾ ਪੜੀਏ, ਸਮਾਪਤੀ ਕਰੀਏ। ਕਲਗੀਧਰ ਪਾਤਸ਼ਾਹ ਦਾ ਨਾਂ ਕੀ ਹੋਇਆ ਤੇ ਨਾ ਕਿਸੇ ਨੇ ਹੋਣਾ। ਪੜ੍ਹ ਕੇ ਨਾਲ ਨਾਸਾ ਪੜ੍ਹਦੇ ਨਾ ਕਿ ਹੋਇਆ ਤੇ ਨਾ ਕੋਈ ਹੋਣਾ। ਪਿਤਾ ਦਸ਼ਮੇਸ਼ਵਰ ਦਾ ਹੋਇਆ ਤੇ ਨਾ ਕੋਈ ਹੋਣਾ। ਪਿਤਾ ਦਸ਼ਮੇਸ਼ਵਰ ਦਾ ਨੰਦ ਪਿਆ ਗਰੀਬਾ